परम परावरनाथ जुगल चरण मम वंदना तहर पर तहर कर माथ। श्री नानक पद पंकज बंदन पाद पंकज बंदना सिमरो अंगद दोख निकंदना। अमरदास गुर हृदय त्यावो गुर हृदय त्यावो। श्री गुरु रामदास गुण गावो। श्री अर्जन बिघ्नन के नाशक बिघ्नन के नाशक। हर गोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विशाला। तरों तरा तर पुनः पुनः सीसा पुनः पुनः सीसा। बंदों बार बार जगतीशा। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। एकंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। जो लग जात अनेक विधन की चीवर अर कुम्यार चमार। इत्यादिक सब को देह सिखी सकल आए तुम कर जुहार। जो लग जात अनेक विधन की। वाहिगुरु जी का खालसा वाहिगुरु जी की फतेह। धन धन सतगुरु गुरु गरीब निवाज किरपा निध दया निध करुणा निध गुण निध पार ब्रह्म परमेश्वर अगम अगोचर सतगुरु सगल कायनात नूं शब्द दे प्रकाश अपनी अपार मिहरामत अथाह करुणा दे नाल निवाजण वाले
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਤਰਸ ਹੈ ਸਤਿਗੁਰੂ ਸਾਹਿਬ ਜੀ ਕਾ। ਜੋ ਆਪ ਸਭ ਗੁਰਸਿੱਖ ਸਤਸੰਗੀ ਜਨ, ਗੁਰੂ ਕਾ ਖਾਲਸਾ ਰੂਪ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਬੜੇ ਹੀ ਸੁਭਾਗਸ਼ਾਲੀ ਹੋ। ਸਾਡੇ ਸਭ ਦੇ ਜੀਵਨ ਦਾ ਇਹ ਬੜਾ ਉੱਤਮ ਸੁਭਾਗ ਹੈ। ਬਾਣੀ ਅੰਦਰ ਵਾਕ ਹਨ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਸਾਹਿਬੇ ਕਮਾਲ ਜੁਮਲਾ ਫੈਜ਼ੇ ਨੂਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪਰਮ ਪਵਿੱਤਰ ਖਾਲਸਾ ਸਾਜਨਾ ਪਵਿੱਤਰ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਵਿੱਤਰ ਯਾਤਰਾ ਕਰਦਿਆਂ ਸਤ ਸੰਗਤ ਰੂਪ ਵਿੱਚ ਹਾਜ਼ਰੀ ਭਰ ਕੇ ਸੰਧਿਆ ਵੇਲੇ ਦੇ ਦੀਵਾਨ ਸਮੇਂ ਸਤ ਸੰਗਤ ਰੂਪ ਵਿੱਚ ਜੁੜ ਬੈਠੇ ਹੋ ਜੀ। ਸਤਿਗੁਰੂ ਸਾਹਿਬ ਜੀ ਦੀ ਮਿਹਰਾਮਤ ਹੈ ਜੋ ਪਾਵਨ ਸਤਿਗੁਰੂ ਸਾਹਿਬਾਨਾਂ ਦੇ ਜੀਵਨ ਦੀ ਅਕਥ ਕਥਾ ਹੈ, ਜਿਸ ਨੂੰ ਚੂੜਾਮਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਾਵਮਈ ਢੰਗ ਦੇ ਨਾਲ ਅਨੇਕਾਂ ਛੰਦਾਂ ਦੇ ਸਹਿਤ ਅਤ ਅਨੂਪਮ ਅਲੰਕਾਰਾਂ ਦੇ ਸਹਿਤ ਗੁਰ ਜੀਵਨ ਦੀ ਬੜੀ ਸੁੰਦਰ ਕਥਾ ਵਰਣਨ ਕੀਤੀ ਹੈ। ਲੜੀਵਾਰ ਕਥਾ ਦੇ ਅੰਤਰਗਤ ਜਦ ਅਸ਼ਟਮ ਬਲਬੀਰਾ ਵਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਦੇ ਉੱਪਰ ਸੁਭਾਏਮਾਨ ਹੋ ਗਏ, ਤਾਂ ਉਧਰ ਉਹਨਾਂ ਦਾ ਜਿਹੜਾ ਵੱਡਾ ਭਰਾ ਸੀ ਰਾਮ ਰਾਏ ਜੀ ਦਿੱਲੀ ਵਿਖੇ, ਜਿਸ ਨੂੰ ਸੱਤਵੇਂ ਪਾਤਸ਼ਾਹ ਜੀ ਨੇ ਔਰੰਗਜ਼ੇਬ ਪਾਸ ਭੇਜਿਆ ਸੀ, ਜਦੋਂ ਉਸ ਨੂੰ ਇਸ ਗੱਲ ਦਾ ਖਿਆਲ ਹੋਇਆ ਕਿ ਮੇਰੀ ਜਗ੍ਹਾ ਗੁਰਤਾ ਦਾ ਸਿੰਘਾਸਣ ਸੱਤਵੇਂ ਪਾਤਸ਼ਾਹ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਭਾਵ ਕੇ ਛੋਟੇ ਭਰਾ ਨੂੰ ਦੇ ਗਏ ਹਨ, ਉਹਦੇ ਮਨ ਅੰਦਰ ਇਸ ਗੱਲ ਦਾ ਬੜਾ ਰੋਹ ਜਾਗਿਆ। ਬੜਾ ਉਸ ਗੱਲ ਦਾ ਉਸਨੇ ਬੁਰਾ ਮਨਾਇਆ ਕਿ ਮੇਰਾ ਸਥਾਨ ਮੇਰੇ ਕੋਲੋਂ ਛਿਨ ਗਿਆ ਹੈ। ਉਸ ਵਕਤ ਉਹ ਦਿਨ ਰਾਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵੱਧਦੀ ਹੋਈ ਉਪਮਾ ਸੰਗਤਾਂ ਦੇ ਵਿੱਚ ਦਿਨ ਪ੍ਰਤੀ ਦਿਨ ਦੂਜ ਦੇ ਚੰਦਰਮਾ ਵਾਂਗ ਵੱਧਦੀ ਹੋਈ ਵਡਿਆਈ ਸੁਣ ਕੇ ਰੋਜ਼ ਦਿੱਲੀ ਬੈਠਾ ਦੁਖੀ ਹੁੰਦਾ। ਨਾਲ ਦੇ ਸਾਥੀ ਮਸੰਦ ਬੜਾ ਸਮਝਾਉਂਦੇ ਨੇ ਕਿ ਰਾਮ ਰਾਏ ਬਾਦਸ਼ਾਹ ਤੇਰਾ ਹੁਣ ਬੜਾ ਵੱਡਾ ਸ਼ਰਧਾਲੂ ਹੈ, ਪ੍ਰਸ਼ੰਸਕ ਹੈ, ਤੇਰੀ ਸਭ ਗੱਲ ਮੰਨਦਾ, ਆਪਣੀ ਸਭਾ ਦੇ ਵਿੱਚ ਉੱਚੇ ਥਾਂ ਤੇ ਬਿਠਾਉਂਦਾ ਹੈ, 13,000 ਦੇ ਕਰੀਬ ਮੋਹਰ ਤੈਨੂੰ ਦਾਨ ਵਿੱਚ ਦਿੰਦਾ ਹੈ। ਸਾਰੇ ਦਿੱਲੀ ਦੇ ਵਜ਼ੀਰ ਅਹਿਲਕਾਰ ਧਨੀ ਸੇਠ ਲੋਕ ਸਾਰੇ ਤੇਰੇ ਸ਼ਰਧਾਲੂ ਹੋ ਗਏ ਹਨ, ਪਰ ਰਾਮ ਰਾਏ ਇਹ ਗੱਲ ਸਮਝਣ ਵਿੱਚ ਨਾ ਆਵੇ। ਫਿਰ ਇਸ ਤੋਂ ਬਾਅਦ ਜਦੋਂ ਫਿਰ ਉਹਦੇ ਨਾਲ ਭਾਈ ਬਹਿਲੋ ਦੀ ਕੁੱਲ ਵਿੱਚੋਂ ਭਾਈ ਗੁਰਦਾਸ ਜੀ, ਉਹੀ ਭਾਈ ਬਹਿਲੋ ਜੀ ਫਫੜੇ ਭਾਈ ਕੇ ਵਾਲੇ, ਜਿਨ੍ਹਾਂ ਨੇ ਪਵਿੱਤਰ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਮਾ ਕੇ ਭਾਈ ਬਹਿਲੋਂ ਸਭ ਤੋਂ ਪਹਿਲੋਂ ਗੁਰਨਿਵਾਜ਼ਿਸ਼ ਪ੍ਰਾਪਤ ਕੀਤੀ, ਉਹਨਾਂ ਦੇ ਕੁੱਲ ਵਿੱਚੋਂ ਮਸੰਦ ਸਨ ਭਾਈ ਗੁਰਦਾਸ ਜੀ, ਜਿਹੜੇ ਸੱਤਵੇਂ ਪਾਤਸ਼ਾਹ ਜੀ ਨੇ ਹੀ ਨਾਲ ਭੇਜੇ ਨੇ। ਉਹ ਫਿਰ ਰਾਮ ਰਾਏ ਜੀ ਨੂੰ ਸਮਝਾਉਂਦੇ ਹਨ ਕਿ ਬਾਬਾ ਰਾਮ ਰਾਏ ਦੀ ਗੱਲ ਇਸ ਤਰ੍ਹਾਂ ਹੈ ਕਿ ਆਪ ਜੀ ਨੂੰ ਹੁਣ ਜੇ ਤੁਹਾਡਾ ਛੋਟਾ ਭਰਾ ਗੁਰਤਾ ਦੇ ਉੱਪਰ ਬੈਠ ਗਿਆ ਤਾਂ ਉਹਨਾਂ ਨੂੰ ਗੁਰੂ ਮੰਨ ਲੈਣਾ ਚਾਹੀਦਾ ਹੈ। ਫਿਰ ਉਹ ਗੁਰੂ ਵਜੋਂ ਕਿਵੇਂ ਹੁਣ ਸੰਗਤਾਂ ਵਿੱਚ ਬਾਬਾ ਰਾਮ ਰਾਏ ਜੀ ਪ੍ਰਚਲਿਤ ਹੋਣ, ਕਿਵੇਂ ਸੰਗਤਾਂ ਉਹਨਾਂ ਨੂੰ ਗੁਰਿਆਈ ਦਾ ਮਾਲਕ ਮੰਨ ਲੈਣ, ਕਿਵੇਂ ਸੰਗਤਾਂ ਵਿੱਚ ਉਹਨਾਂ ਦੀ ਉਪਮਾ ਵੱਧ ਜਾਵੇ, ਇਸ ਗੱਲ ਦੇ ਉਪਾਅ ਜਿਹੜੇ ਹਨ ਉਹ ਗੁਰਦਾਸ ਨਾਮੇ ਮਸੰਦ ਬਾਬਾ ਰਾਮ ਰਾਏ ਜੀ ਨੂੰ ਦੱਸਦੇ ਹਨ। ਇੱਥੋਂ ਅੱਗੇ ਪ੍ਰਸੰਗ ਦਾ ਲੜੀਵਾਰ ਵਰਣਨ ਸ਼ਰਵਣ ਕਰਨ ਤੋਂ ਪਹਿਲਾਂ, ਕਥਨ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਲਗ ਜਾਤ ਅਨੇਕ ਬਿਧਨ ਕੀ, ਚੀਵਰ ਅਰ ਕੁਮਿਆਰ ਚਮਾਰ। ਗੁਰਦਾਸ ਨਾਮੇ ਮਸੰਦ ਕਹਿਣ ਲੱਗਾ ਬਾਬਾ ਰਾਮ ਰਾਏ ਜੀ, ਹੁਣ ਜਿੰਨੀਆਂ ਨੀਵੀਆਂ ਜਾਤਾਂ ਕੁੱਲਾਂ ਦੇ ਲੋਕ ਕਹੇ ਜਾਂਦੇ ਹਨ, ਜਿਨ੍ਹਾਂ ਨੂੰ ਛੋਟੀਆਂ ਬਰਾਦਰੀਆਂ, ਝੀਵਰ, ਕੁਮਿਆਰ, ਚਮਾਰ ਆਦਿਕ ਗਿਣਿਆ ਜਾਂਦਾ ਹੈ। ਇਤਿਆਦਿਕ ਸਭ ਕੋ ਦੇਹੁ ਸਿੱਖੀ, ਸਕਲ ਆਏ ਤੁਮ ਕਰੈ ਜੁਹਾਰ। ਹੁਣ ਇਹਨਾਂ ਸਾਰੀਆਂ ਨਿਮਨ ਬਰਾਦਰੀਆਂ ਦੇ ਲੋਕਾਂ ਨੂੰ ਆਪਣੇ ਸਿੱਖ ਬਣਾ ਲਵੋ, ਇਹਨਾਂ ਨੂੰ ਬੜਾ ਸਤਿਕਾਰ ਦਿਓ। ਜਦੋਂ ਤੁਹਾਡੇ ਸਿੱਖ ਬਣ ਕੇ ਤੁਹਾਡੇ ਕੋਲ ਆ ਕੇ ਨਮਸਕਾਰ ਕਰਨਗੇ। ਜਹ ਕੈ ਸੁਜਸ ਸੁਨਾਵਹਿ ਰਾਵਰ, ਇਸੀ ਰੀਤ ਸਭ ਜਗ ਵਿਸਤਾਰ। ਲੱਗੇ ਫਿਰ ਜਦ ਨਿਮਨ ਬਰਾਦਰੀਆਂ ਦੇ ਸਾਰੇ ਲੋਕ ਤੁਹਾਡੇ ਸਿੱਖ ਬਣ ਗਏ ਤੇ ਜਿੱਥੇ ਜਿੱਥੇ ਨਗਰਾਂ ਵਿੱਚ ਵਸਦੇ ਹਨ, ਜਿੱਥੇ ਜਿੱਥੇ ਉਹ ਜਾਣਗੇ, ਆਪਣੀ ਜ਼ੁਬਾਨ ਤੋਂ ਤੁਹਾਡੀ ਸਿਫਤ ਸਭ ਪਾਸੇ ਕਹਿ ਕਹਿ ਕੇ ਸੁਣਾਇਆ ਕਰਨਗੇ। ਗੁਰਤਾ ਬਿਦ ਤਹਿ ਤੁਮਰੇ ਤਨ ਕੋ, ਆਏ ਅਪਾਰ ਸਦਾ ਉਪਹਾਰ। ਫਿਰ ਸਾਰੀ ਲੋਕਾਈ ਦੇ ਵਿੱਚ ਥਾਂ ਥਾਂ ਤੇ ਗੱਲ ਫੈਲ ਜਾਵੇਗੀ ਕਿ ਸਤਵੇਂ ਪਾਤਸ਼ਾਹ ਜੀ ਨੇ ਗੁਰਤਾ ਤਾਂ ਰਾਮ ਰਾਏ ਨੂੰ ਦਿੱਤੀ ਸੀ। ਸੰਗਤਾਂ ਇਸ ਗੱਲ ਨੂੰ ਮੰਨ ਕੇ ਬਹੁਤ ਜ਼ਿਆਦੀਆਂ ਸੁੰਦਰ ਭੇਟਾਵਾਂ ਲੈ ਕੇ, ਭਾਵਨਾ ਭਰੇ ਸ਼ਰਧਾ ਵਾਲੇ ਹਿਰਦੇ ਲੈ ਕੇ ਤੁਹਾਡੇ ਪਾਸ ਆਇਆ ਕਰਨਗੀਆਂ। ਬੜੋ ਪੁੱਤਰ ਬੈਠਤ ਹੈ ਗਾਦੀ, ਲਗ ਸੁਤ ਰਹਿ ਵੱਡ ਕੇ ਅਨੁਸਾਰ। ਕਹਿਣ ਲੱਗੇ ਵੈਸੇ ਵੀ ਇੱਕ ਸੰਸਾਰ ਦੀ ਮਰਜ਼ਾਦਾ ਹੈ ਕਿ ਸੰਸਾਰ ਦੇ ਵਿੱਚ ਜਦੋਂ ਵੱਡਾ ਪੁੱਤਰ ਗੁਰਿਆਈ ਤੇ ਬੈਠ ਜਾਵੇ, ਪਿਤਾ ਦੇ ਸਿੰਘਾਸਣ ਤੇ ਜਾਂ ਜ਼ਿੰਮੇਵਾਰੀ ਵਾਲੇ ਸਥਾਨ ਤੇ ਬੈਠ ਜਾਵੇ, ਛੋਟੇ ਭਰਾ ਨੂੰ ਉਹਦੇ ਅਨੁਸਾਰ ਰਹਿਣਾ ਪੈਂਦਾ ਹੈ। ਇਮ ਜਾਣੈ ਉੱਚਾ ਵਚ ਸਗਰੇ, ਲਖੈ ਤੁਮੈ ਸਤ ਗੁਰੂ ਉਦਾਰ। ਲਗੇ ਇੰਜ ਕਰਨ ਦੇ ਨਾਲ ਸਾਰੇ ਤੁਹਾਨੂੰ ਫਿਰ ਉੱਚਾ ਵਚ ਭਾਵ ਕੇ ਗੁਰੂ ਸਾਹਿਬ ਦੀ ਸਤਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਜਾਣ ਕੇ ਗੁਰੂ ਰੂਪ ਹੀ ਮੰਨਿਆ ਕਰਨਗੇ। ਰਹਿ ਅਲਪ ਸੰਗਤਾਂ ਜੀ, ਹਠ ਕਰ ਗਮਨੈ ਤਿਨ ਕੇ ਦਵਾਰ। ਲਗੇ ਜਦ ਬਹੁਤ ਸੰਗਤਾਂ ਦੀ ਆਮਦ ਤੁਹਾਡੇ ਪਾਸ ਸਿੱਖੀ ਰੂਪ ਵਿੱਚ ਹੋਣ ਲੱਗ ਪਈ, ਫਿਰ ਛੋਟੇ ਭਰਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਥੋੜੀਆਂ ਹੀ ਸੰਗਤਾਂ ਰਹਿ ਜਾਣਗੀਆਂ। ਕਿਆ ਅਚਰਜ ਹੈ ਜਾਣ ਦੇਹੋ ਤਿਨ, ਗੁਰ ਸੁਤ ਹੈ ਅਰ ਭਰਾਤ ਤੁਮਾਰ। ਲਗੇ ਇਹਦੇ ਵਿੱਚ ਵੀ ਕਿਹੜੀ ਅਚਰਜਤਾ ਦੀ ਬਾਤ ਹੈ ਕਿ ਬਹੁਤ ਸਾਰੀਆਂ ਸੰਗਤਾਂ ਦਾ ਸਮੂਹ ਜਿਹੜਾ ਹੈ ਤੁਹਾਡੇ ਪਾਸ ਆਉਣ ਲੱਗ ਪਵੇ। ਕੇਵਲ ਥੋੜੇ ਜਿਹੇ ਹੱਠ ਕਰਨ ਵਾਲੇ ਸ਼ਰਧਾਵਾਨ ਸਿੱਖ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਜਾਂਦੇ ਰਹਿਣ। ਸ੍ਰੀ ਗੁਰੂ ਰਾਮਦਾਸ ਕੇ ਤ੍ਰੈ ਸੁਤ, ਗੁਰਤਾ ਤਖਤ ਏਕ ਹੀ ਲੀਨਾ। ਇਸ ਕਰਕੇ ਫਿਰ ਭਾਈ ਗੁਰਦਾਸ ਜੀ, ਮਸੰਦ ਭਾਈ ਗੁਰਦਾਸ ਜੀ ਕਹਿਣ ਲੱਗੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ 3 ਪੁੱਤਰ ਹੋਏ, ਪਰ ਉਹਨਾਂ ਨੇ ਪਹਿਲੇ ਦੋਵਾਂ ਨੂੰ ਛੱਡ ਕੇ ਗੁਰਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ੀ ਹੈ। ਸ੍ਰੀ ਅਰਜਨ ਕੇ ਪੂਜਤ ਪਾਇਨ, ਅਰਪੈ ਭੇਟਨ ਹੈ ਸਿੱਖ ਦੀਨਾ। ਕਹਿਣ ਲੱਗੇ ਸਾਰੀ ਸੰਗਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ ਸੀ ਚੌਥੇ ਪਾਤਸ਼ਾਹ ਜੀ ਨੇ, ਤੇ ਸਾਰੀ ਸੰਗਤ ਉਹਨਾਂ ਨੂੰ ਹੀ ਭੇਟਾਵਾਂ ਅਰਪਣ ਕਰਦੀ ਹੈ। ਪ੍ਰਿਥਿਆ ਮਹਾਦੇਵ ਦਵੈਸ਼ੇਸ਼ ਜੋ, ਪਿਤਨੇ ਤਿਨ ਕੀ ਸੰਗਤ ਕੀਨਾ। ਕਹਿਣ ਲੱਗੇ ਇਸੇ ਤਰ੍ਹਾਂ ਪ੍ਰਿਥੀ ਚੰਦ ਤੇ ਮਹਾਦੇਵ ਜੀ ਜਿਹੜੇ 2 ਵੱਡੇ ਰਹਿ ਗਏ ਸਨ, ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਹਨਾਂ ਦੇ ਨਾਲ ਵੀ ਸੰਗਤ ਜੋੜ ਦਿੱਤੀ। ਭਾਵ ਕਿ ਇਹ ਗੁਰਦਾਸ ਨਾਮੇ ਮਸੰਦ ਆਖਦਾ ਹੈ, ਭਾਵੇਂ ਜਿਹੜੀ ਪ੍ਰਿਥੀ ਚੰਦ ਦੀ ਮੰਨਤਾ ਦੇ ਲਈ ਕੁਝ ਸੰਗਤ ਉਹਦੇ ਪਾਸ ਜਾਂਦੀ ਰਹੀ, ਪਰ ਗੁਰਤਾ ਦੀ ਜਿਹੜੀ ਗੁਰੂ ਸਾਹਿਬ ਜੀ ਨੇ ਉੱਤਰਾਧਿਕਾਰੀ ਥਾਪਣ ਦਾ ਕਰਮ ਸੀ, ਉਹ ਕੇਵਲ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਹੀ ਕੀਤਾ ਹੈ। ਸੋ ਸੇਵਕ ਤਿਨ ਕੇ ਹੋਏ ਚਾਲੇ, ਅਰਪਤ ਵਸਤੂ ਰਹਿਤ ਅਦੀਨਾ। ਲਗੇ ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਗੁਰਤਾ ਦੇ ਸੁਭਾਏਮਾਨ ਰਹੇ,
ਪਰ ਪ੍ਰਿਥੀ ਚੰਦ ਨੂੰ ਵੀ ਸੰਗਤਾਂ ਜਿਤਨੀਆਂ ਕੋ ਮੰਨਦੀਆਂ ਸਨ ਭੇਟਾਵਾਂ ਅਰਪਣ ਕਰਦੀਆਂ ਰਹੀਆਂ ਨੇ। ਪੁਨ ਸਤਿਗੁਰ ਸੁਤ ਸ੍ਰੀ ਗੁਰ ਦਿੱਤਾ, ਤਿਨ ਕੇ ਸੁਤ ਉਪਜਤ ਭੇਦੋਏ। ਕਹਿਣ ਲੱਗੇ ਫਿਰ ਛਠਮ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਘਰ 2 ਸੁਪੁੱਤਰਾਂ ਦਾ ਜਨਮ ਹੋਇਆ, ਜਿਨ੍ਹਾਂ ਵਿੱਚੋਂ ਬਾਬਾ ਧੀਰ ਮੱਲ ਜੀ ਤੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਹੋਏ। ਉਹਨਾਂ ਵਿੱਚੋਂ ਵੀ ਛੋਟੇ ਨੂੰ ਗੁਰਿਆਈ ਦਾ ਸਥਾਨ ਬਖਸ਼ਿਆ ਸੀ। ਇਕ ਤੁਮ ਪਿਤ ਅਰ ਧੀਰ ਮੱਲ ਹੈ, ਗੁਰਤਾ ਉਚਿਤ ਬੜੇ ਸੁਤ ਜੋਏ। ਇਸ ਕਰਕੇ ਕਹਿਣ ਲੱਗੇ ਉਹਨਾਂ ਵਿੱਚੋਂ ਇੱਕ ਤੁਹਾਡੇ ਪਿਤਾ ਭਾਵ ਕਿ ਗੁਰੂ ਹਰਿਰਾਏ ਸਾਹਿਬ ਜੀ ਉਹ ਸਨ, ਤੇ ਉਹਨਾਂ ਤੋਂ ਵੱਡੇ ਧੀਰ ਮੱਲ ਸਨ, ਪਰ ਗੁਰਤਾ ਦੇ ਲਾਇਕ ਉਹਨਾਂ ਨੇ 7ਵੇਂ ਪਾਤਸ਼ਾਹ ਭਾਵ ਕੇ ਛੋਟੇ ਨੂੰ ਜਾਣਿਆ ਹੈ। ਲਗ ਕੋ ਸੰਗਤ ਪੂਜਤ ਹੈ, ਕੁਛ ਰਹਿ ਕਰਤਾਰ ਪੁਰੇ ਵਿੱਚ ਸੋਏ। ਇਸ ਕਰਕੇ ਕਹਿਣ ਲੱਗੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਕਰਕੇ ਲੋਕ ਪੂਜਦੇ ਹਨ, ਸਿੱਖ ਸੰਗਤ ਸਭ ਮੰਨਦੀ ਹੈ, ਪਰ ਧੀਰ ਮੱਲ ਜੋ ਕਰਤਾਰਪੁਰ ਵਿਖੇ ਰਹਿੰਦਾ ਹੈ ਉਹਦੇ ਪਾਸ ਵੀ ਕੁਝ ਸੰਗਤਾਂ ਅਦਬ ਕਰਕੇ ਗੁਰੂ ਪੁੱਤਰ ਸਤਕਾਰ ਜਾਣ ਕੇ ਕਰਦੀਆਂ ਹਨ। ਚਿਤ ਮੈਂ ਚਹਿਤ ਰਹਿਓ ਗੁਰਤਾ ਕੋ, ਕਿਮ ਪ੍ਰਾਪਤ ਭਾਗਨ ਬਿਨ ਹੋਏ। ਕਹਿਣ ਲੱਗੇ ਇਸ ਕਰਕੇ ਭਾਵੇਂ ਧੀਰ ਮੱਲ ਵੀ ਗੁਰਤਾ ਦਾ ਸਿੰਘਾਸਣ ਚਾਹੁੰਦਾ ਸੀ, ਪਰ ਜਿੰਨਾ ਚਿਰ ਉੱਤਮ ਭਾਗ ਨਾ ਹੋਣ, ਜਿੰਨਾ ਚਿਰ ਗੁਰੂ ਕੀ ਪੂਰਨ ਮਿਹਰਾਮਤ ਭਰੀ ਦ੍ਰਿਸ਼ਟ ਨਾ ਹੋ ਜਾਵੇ, ਉਤਨਾ ਚਿਰ ਗੁਰਤਾ ਸਿੰਘਾਸਣ ਨਹੀਂ ਮਿਲਦਾ ਹੈ। ਤਿਮ ਤੁਮਰੋ ਇਕ ਅਨਜ ਸੁਜਾਨਾ, ਕੇਤਿਕ ਸੰਗਤ ਰਹਿਤ ਨ ਪਾਸ। ਇਸ ਕਰਕੇ ਕਹਿਣ ਲੱਗੇ ਜੇ ਤੁਹਾਡੇ ਛੋਟੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਕੁਝ ਸੰਗਤਾਂ ਰਹਿੰਦੀਆਂ ਹਨ, ਹੁਣ ਉਹਨਾਂ ਨੂੰ ਗੁਰਤਾ ਮੰਨ ਕੇ ਪੂਜਦੀਆਂ ਹਨ, ਤਾਂ ਤੁਹਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਖਿਆਲ ਨਹੀਂ ਕਰਨਾ ਚਾਹੀਦਾ। ਵੇਖ ਕਿਉਂ ਤਪ ਪ੍ਰਾਤ ਹੈ ਰਾਵਰ, ਅਰ ਸਭ ਮਾਤਾ ਰਹਿਤ ਆਵਾਸ। ਕਹਿਣ ਲੱਗੇ ਜੇ ਛੋਟੇ ਹੋ ਕੇ ਉਹਨਾਂ ਨੇ ਗੁਰਤਾ ਪਾ ਲਈ ਹੈ, ਤੁਹਾਡਾ ਹਿਰਦਾ ਹੁਣ ਫਿਰ ਉਹਨਾਂ ਦੀ ਵਡਿਆਈ ਤੋਂ ਜਲਦਾ ਕਿਉਂ ਹੈ? ਦੂਜੇ ਪਾਸੇ ਇਹ ਵੀ ਤਾਂ ਦੇਖੋ, ਜਿੰਨੀਆਂ ਗੁਰੂ ਮਾਤਾਵਾਂ ਹਨ ਸਭ ਉਹਨਾਂ ਦੇ ਪਾਸ ਕੀਰਤਪੁਰ ਵਿਖੇ ਰਹਿੰਦੀਆਂ ਹਨ। ਸੋ ਭੀ ਸਦਨ ਆਪਨੇ ਜਾਨਾ, ਬਨੈ ਪਠਾਵਨ ਤਨ ਕੋ ਰਾਸ। ਇਸ ਕਰਕੇ ਉਹ ਗੁਰਤਾ ਦਾ ਸਿੰਘਾਸਣ ਜੇ 8ਮ ਪਾਤਸ਼ਾਹ ਜੀ ਨੂੰ ਮਿਲਿਆ ਹੈ, ਤਾਂ ਇਹਨਾਂ ਨੂੰ ਵੀ ਆਪਣਾ ਹੀ ਭਰਾਤ ਜਾਣ ਕੇ ਆਪਣੇ ਘਰ ਦੀ ਹੀ ਵਡਿਆਈ ਜਾਣੋ, ਕਿਸੇ ਪ੍ਰਕਾਰ ਦਾ ਦੁਵੈਸ਼ ਮਨ ਦੇ ਅੰਦਰ ਨਾ ਰੱਖੋ। ਸਭ ਬਿਦ ਕੀ ਸੁਧ ਤੁਮ ਹੀ ਲੀਜੈ, ਕੀਜੈ ਮੇਲ ਆਨੰਦ ਪ੍ਰਕਾਸ਼। ਕਹਿਣ ਲੱਗੇ ਇਸ ਕਰਕੇ ਸਭ ਤਰ੍ਹਾਂ ਦੀਆਂ ਸੰਗਤਾਂ ਦੇ ਨਾਲ ਮਿਲਾਪ, ਸਭ ਵਸ ਪਾਸੇ ਗੁਰਤਾ ਵਜੋਂ ਮਿਲਣ ਦਾ ਜਿਹੜਾ ਕਰਮ ਹੈ ਤੁਸੀਂ ਆਪ ਹੀ ਬਣਾਈ ਰੱਖੋ, ਉਹਨਾਂ ਨੂੰ ਉਹਨਾਂ ਦੇ ਸਥਾਨ ਪਰ ਰਹਿਣ ਦਿਓ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਕੋ, ਜੇਠੋ ਸੁਤ ਸੁਨ ਬਾਤ। ਜਦੋਂ ਭਾਈ ਗੁਰਦਾਸ ਨਾਮੇ ਮਸੰਦ ਨੇ ਬਾਬਾ ਰਾਮ ਰਾਏ ਜੀ ਨੂੰ ਇਹ ਸਮਝਾ ਦਿੱਤਾ ਕਿ ਤੁਹਾਡੇ ਆਪਣੇ ਘਰ ਦੀ ਗੁਰਤਾ ਹੈ, ਨਾਲੇ ਪਹਿਲੇ ਗੁਰੂ ਸਾਹਿਬਾਨਾਂ ਤੋਂ ਇਹ ਪਰੰਪਰਾ ਚੱਲਦੀ ਆਈ ਹੈ ਕਿ ਜੋ ਗੁਰਤਾ ਦੇ ਲਾਇਕ ਹੈ ਉਹ ਗੁਰਤਾ ਦੇ ਸਿੰਘਾਸਣ ਤੇ ਆਸੀਨ ਹੁੰਦਾ ਹੈ। ਇਸ ਕਰਕੇ ਜੇ ਪਹਿਲਾਂ 5ਮ ਪਾਤਸ਼ਾਹ ਜੀ ਛੋਟੇ ਸਨ, ਗੁਰੂ ਹਰਿਰਾਏ ਸਾਹਿਬ ਜੀ ਆਪਣੇ ਭਰਾਵਾਂ ਵਿੱਚੋਂ ਛੋਟੇ ਸਨ, ਤੇ ਜੇ ਹੁਣ ਤੁਹਾਡੇ ਸਮੇਂ ਵੀ ਛੋਟੇ ਭਰਾਤ ਨੂੰ ਗੁਰਿਆਈ ਮਿਲ ਗਈ ਹੈ ਤੇ ਇਹਦਾ ਤੁਹਾਨੂੰ ਮਨ ਅੰਦਰ ਬੁਰਾ ਨਹੀਂ ਮਨਾਉਣਾ ਚਾਹੀਦਾ। ਪਰ 7ਵੇਂ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਜੇਠੋ ਪੁੱਤਰ ਬਾਬਾ ਰਾਮ ਰਾਏ ਜੀ ਇਹ ਗੱਲ ਸੁਣ ਕੇ ਇਵੇਂ ਨਹੀਂ ਮੰਨਦੇ ਹਨ। ਮਾਨੀ ਨਹਿ ਮਾਨੀ ਕਛੂ, ਕਹਿਤ ਭਏ ਬਖਿਆਤ। ਉਹਨਾਂ ਨੇ ਗੁਰਦਾਸ ਨਾਮੇ ਮਸੰਦ ਦੀ ਉੱਤਮ ਸਲਾਹ ਨੂੰ ਨਹੀਂ ਮੰਨਿਆ, ਸਗੋਂ ਇਸ ਗੱਲ ਦਾ ਬੁਰਾ ਮਨਾ ਕੇ ਰਿਸ ਖਾ ਕੇ ਆਖਣ ਲੱਗਦੇ ਹਨ। ਸਵਈਆ ਛੰਦ ਮਿਲਨ ਹਮਾਰੋ ਹੋਏ ਨ ਕਿਮਹੀ, ਪਰਿਓ ਅੰਤਰੋ ਅਬੈ ਵਿਸਾਲ। ਗੁਰਬਾਣੀ ਅੰਦਰ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਪਰਾਈ ਤਾਤ ਹੈ ਉਹਨੂੰ ਬੜਾ ਮੰਦਾ ਰੋਗ ਆਖਿਆ ਹੈ। ਇਸ ਕਰਕੇ ਰਾਮ ਰਾਏ ਜੀ ਦੇ ਅੰਦਰ ਹੁਣ ਛੋਟੇ ਭਰਾ ਦੇ ਪ੍ਰਤੀ ਜਿਹੜੀ ਈਰਖਾ ਹੈ ਮਨ ਦੇ ਅੰਦਰ, ਉਹ ਵੱਧ ਗਈ। ਇਸ ਕਰਕੇ ਉੱਤਮ ਸਲਾਹ ਦੇ ਬਾਵਜੂਦ ਵੀ ਰਾਮ ਰਾਏ ਜੀ ਕਹਿਣ ਲੱਗੇ ਕਿ ਹੁਣ ਜਿਹੜਾ ਹੈ ਸਾਡਾ ਉਹਨਾਂ ਦੇ ਨਾਲ ਕੋਈ ਮਿਲਨ ਮਿਲਾਪ ਨਹੀਂ ਹੋ ਸਕੇਗਾ,
ਸਾਡੇ ਆਪਸ ਦੇ ਵਿੱਚ ਬਹੁਤ ਵੱਡਾ ਅੰਤਰ ਫਰਕ ਪੈ ਗਿਆ ਹੈ। ਸ੍ਰੀ ਸਤਿਗੁਰ ਪਿਤ ਨੇ ਜੋ ਕਹੇ ਬਚ, ਸਭ ਨੇ ਸੁਨੇ ਹੋਤੇ ਤਿਸ ਕਾਲ। ਕਹਿਣ ਲੱਗੇ ਸਤਵੇਂ ਪਾਤਸ਼ਾਹ ਜੀ ਨੇ ਜੋ ਪਾਵਨ ਸਾਡੇ ਬਾਰੇ ਵਾਕ ਆਖੇ ਸਨ ਕੀਰਤਪੁਰ ਸਾਹਿਬ ਦੀ ਧਰਤੀ ਤੇ, ਕਿ ਹੁਣ ਰਾਮ ਰਾਏ ਸਾਡੇ ਮੱਥੇ ਨਾ ਲੱਗੇ, ਅਸੀਂ ਇਸ ਨੂੰ ਦਰਸ਼ਨ ਦੇ ਮੁਨਾਸਬ ਨਹੀਂ ਮੰਨਦੇ ਹਾਂ। ਤੇ ਗੁਰਤਾ ਦੇ ਬਾਰੇ ਵੀ ਜੋ 8ਵੇਂ ਪਾਤਸ਼ਾਹ ਬਾਰੇ ਉਹਨਾਂ ਵਾਕ ਕਹਿ ਦਿੱਤੇ, ਸਾਰੀ ਸੰਗਤ ਨੇ ਸੁਣੇ ਹਨ। 7ਵੇਂ ਪਾਤਸ਼ਾਹ ਦੇ ਬਚਨਾਂ ਦੇ ਅਨੁਸਾਰ ਹੀ ਸਭ ਸੰਗਤ ਰਹਿੰਦੀ ਹੈ। ਜਾਂ ਤੇ ਮਿਲੈ ਨ ਸੰਗ ਮੋਹਿ ਸੋ, ਜਿਨ ਕੇ ਮਨ ਮੈਂ ਹਟਕ ਅਚਾਲ। ਲਗੇ ਇਸ ਕਰਕੇ 7ਵੇਂ ਪਾਤਸ਼ਾਹ ਜੀ ਦੇ ਸਿੱਖ ਉਹਨਾਂ ਦੇ ਬਚਨਾਂ ਨੂੰ ਪਾਲਦੇ ਹਨ, ਇਨ ਬਿਨ ਮੰਨਦੇ ਹਨ। ਮੈਂ ਕਿੰਨੇ ਵੀ ਯਤਨ ਕਿਉਂ ਨਾ ਕਰ ਲਵਾਂ, ਪਰ ਸ਼ਰਧਾਵਾਨ ਪ੍ਰੀਤ ਭਾਵਨਾ ਵਾਲੇ ਸਿੱਖ ਕਦੇ ਮੇਰੇ ਕਹਿਣ ਤੇ 7ਵੇਂ ਪਾਤਸ਼ਾਹ ਜੀ ਦੇ ਬਚਨਾਂ ਤੋਂ ਨਹੀਂ ਹਟਣਗੇ। ਤਿਨੋ ਬਤਾਇਓ ਲਗ ਸਤ ਪੂਜਨ, ਭਏ ਹਿਰਦੇ ਤਿਤ ਸ਼ਰਧਾ ਨਾਲ। ਲਗੇ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ ਜੇ ਛੋਟੇ ਭਰਾ ਨੂੰ ਗੁਰਤਾ ਮਿਲੀ ਹੈ ਤੇ ਸੰਗਤਾਂ ਉਹਨਾਂ ਨੂੰ ਹੀ ਗੁਰਤਾ ਜਾਣ ਕੇ, ਗੁਰੂ ਸਰੂਪ ਜਾਣ ਕੇ ਸ਼ਰਧਾ ਸਹਿਤ ਮੰਨਦੀਆਂ ਹਨ। ਪਠੋ ਮਸੰਦਨ ਦੇਸ਼ਨ ਮਾਹੀ, ਜਿਸ ਸੰਗਤ ਪਰ ਜੋ ਚੱਲ ਜਾਏ। ਇਸ ਕਰਕੇ ਫਿਰ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਕਿ ਹੁਣ ਸਾਰੇ ਦਿਸ਼ਾਵਾਂ ਵੱਲ ਜਿੰਨੇ ਮਸੰਦ ਹਨ ਉਹਨਾਂ ਸਾਰਿਆਂ ਵੱਲ ਚਿੱਠੀਆਂ ਲਿਖ ਕੇ ਭੇਜ ਦਵੋ, ਤਾਂ ਕਿ ਉਹ ਗੁਰਤਾ ਵਜੋਂ ਸਾਨੂੰ ਸਭ ਪਾਸੇ ਪ੍ਰਸਿੱਧ ਕਰ ਦੇਣ। ਤਹਿ ਕੀ ਤਿਹ ਦਸਤਾਰ ਬੰਦਾਵੋ, ਦੇਹੋ ਦਰਬ ਮਨ ਅਧਿਕ ਵਧਾਏ। ਇਸ ਕਰਕੇ ਜਿਹੜੇ ਜਿਹੜੇ ਇਲਾਕੇ ਨਗਰ ਦੇ ਵਿੱਚ ਜੋ ਜੋ ਮਸੰਦ ਰਹਿੰਦੇ ਹਨ ਉਹਨਾਂ ਨੂੰ ਸਾਡੇ ਵੱਲੋਂ ਗੁਰੂ ਘਰ ਦੇ ਮਸੰਦ ਥਾਪ ਦਿਓ, ਦਸਤਾਰਾਂ ਦੇ ਕੇ, ਧਨ ਦੇ ਕੇ ਬਹੁਤ ਜ਼ਿਆਦਾ ਉਹਨਾਂ ਦਾ ਮਾਣ ਵਧਾ ਦੇਵੋ। ਸਿੱਖਿਅਨ ਸਭ ਮੈਂ ਰਹੇ ਉਪਦੇਸ਼ਤ, ਇਤ ਕੋ ਸੁਜਸ ਵਿਸਾਲ ਸੁਨਾਏ। ਕਹਿਣ ਲੱਗੇ ਫਿਰ ਉਹਨਾਂ ਨੂੰ ਸਾਡੇ ਵੱਲੋਂ ਇਹ ਜ਼ਿੰਮੇਵਾਰੀ ਵੀ ਦੇ ਦਿਓ ਕਿ ਬਾਬਾ ਰਾਮ ਰਾਏ ਜੀ ਵੱਲੋਂ ਮਸੰਦ ਉਹਨਾਂ ਨੂੰ ਗੁਰੂ ਸਮਝ ਕੇ ਸੰਗਤਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰਨ ਤੇ ਧਨ ਆਦਿਕ ਦੀ ਸਭ ਤਰ੍ਹਾਂ ਦੀ ਉਹਨਾਂ ਨੂੰ ਆਜ਼ਾਦੀ ਹੋਵੇਗੀ। ਬੰਦੋਬਸਤ ਕਰਕੇ ਬਿਦਨੀਕੇ, ਲੈ ਆਵੇਂਗੇ ਹਮਰੇ ਥਾਏ। ਕਹਿਣ ਲੱਗੇ ਇਸ ਕਰਕੇ ਜਿਹੜੇ ਸਿੱਖ ਆਦਿਕ ਹਨ ਜਦੋਂ ਉਹਨਾਂ ਮਸੰਦਾਂ ਦੇ ਕਹਿਣ ਤੇ ਬਣਨਗੇ ਪ੍ਰਬੰਧ ਕਰਕੇ ਫਿਰ ਸਾਡੇ ਪਾਸ ਆਇਆ ਕਰਨਗੇ। ਸ੍ਰੀ ਹਰਿ ਕ੍ਰਿਸ਼ਨ ਸਮੀਪ ਨ ਜਾਵੇ, ਖਾਰਜ ਸਿੱਖੀ ਤੇ ਡਰ ਪਾਏ। ਕਹਿਣ ਲੱਗੇ ਉਹਨਾਂ ਮਸੰਦਾਂ ਨੂੰ ਇਹ ਵੀ ਤਾਕੀਦ ਕਰ ਦੇਣਾ ਕਿ ਸਭ ਸੰਗਤਾਂ ਦੇ ਅੰਦਰ ਇਹ ਗੱਲ ਫੈਲਾ ਦੇਣ, ਇਸ ਗੱਲ ਨੂੰ ਚੰਗੀ ਤਰ੍ਹਾਂ ਪੱਕਿਆਂ ਕਰ ਦੇਣ ਕਿ ਕੋਈ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਨਾ ਜਾਵੇ। ਜੇ ਕੋਈ ਜਾਵੇਗਾ ਤਾਂ ਉਹਨੂੰ ਸਿੱਖੀ ਤੋਂ, ਗੁਰੂ ਘਰ ਤੋਂ ਖਾਰਜ ਸਮਝਿਆ ਜਾਏਗਾ। ਵਰਜਨ ਕਰੇ ਜਾਹੇ ਸਭ ਦੇਸ਼ਨ, ਲਘੁ ਬਿਲੰਦ ਕੋ ਦੇ ਸਮਝਾਏ। ਇਸੇ ਤਰ੍ਹਾਂ ਸਾਰੇ ਸੰਗਤਾਂ ਪਾਸਿਆਂ ਦੀ ਸੰਗਤ ਜਦੋਂ ਛੋਟੇ ਭਰਾ ਦੇ ਕੋਲ ਜਾਣ ਤੋਂ ਵਰਜ ਦੇਵਾਂਗੇ, ਫਿਰ ਉਹਨਾਂ ਦੀ ਕਿਸੇ ਪ੍ਰਕਾਰ ਦੀ ਉੱਚਤਾ ਉਪਮਾ ਵਡਿਆਈ ਨਹੀਂ ਰਹੇਗੀ। ਤਿਮ ਸਭ ਸੋਡੀ ਗੁਰੂ ਕਹਾਵੇ, ਨਹੀਂ ਨਿਕਟ ਤਿਨ ਕੇ ਪੀ ਜਾਏ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਸੋਡੀਆਂ ਪਾਸ ਵੀ ਮਸੰਦਾਂ ਨੂੰ ਭੇਜ ਦੇਣਾ ਕਿ ਜਿਹੜੇ ਹੋਰ ਧੀਰ ਮਲ ਦੇ ਸਮੇਤ ਸੋਡੀ ਹਨ ਉਹ ਵੀ ਉਹਨਾਂ ਦੇ ਪਾਸ ਚੱਲ ਕੇ ਨਾ ਜਾਇਆ ਕਰਨ। ਆਪਣੀ ਸੰਗਤ ਰਹਿ ਨਿਰਾਲੀ, ਕਰੇ ਕੜਾਹੀ ਪਾਓ ਬਦਾਏ। ਲਗੇ ਇੰਜ ਕਰਨ ਦੇ ਨਾਲ ਸਾਰੇ ਮਸੰਦ ਆਪਣੇ ਨਾਲ ਹੋ ਜਾਣਗੇ। ਹੁਣ ਤਾਂ ਆਪਣੇ ਆਪ ਨੂੰ ਗੁਰਤਾ ਵਜੋਂ ਪ੍ਰਸਿੱਧ ਕਰਨ ਦੇ ਲਈ ਰਾਮ ਰਾਏ ਜੀ ਇਹਨਾਂ ਮਸੰਦਾਂ ਦਾ ਆਸਰਾ ਲੈਂਦੇ ਹਨ, ਪਰ ਇਹੀ ਮਸੰਦਾਂ ਦਾ ਆਸਰਾ ਅੱਗੇ ਜਾ ਕੇ ਉਹਨਾਂ ਦੇ ਜੀਵਨ ਦੇ ਲਈ ਭਾਰੀ ਵਿਪਤਾ ਬਣ ਗਿਆ ਸੀ। ਇਸ ਕਰਕੇ ਆਖਦੇ ਹਨ ਕਿ ਸਭ ਮਸੰਦਾਂ ਨੂੰ ਆਪਣੇ ਅਨੁਸਾਰ ਕਰ ਲਵੋ। ਸਭ ਪਾਸੇ ਸੋਢੀਆਂ ਦੇ ਵਿੱਚ ਵੀ ਇਹ ਗੱਲ ਪ੍ਰਚਲਿਤ ਕਰ ਦਿਓ ਕਿ 8ਵੇਂ ਪਾਤਸ਼ਾਹ ਪਾਸ ਨਾ ਜਾਣ। ਹੌਲੀ ਹੌਲੀ ਇੰਜ ਕਰਨ ਦੇ ਨਾਲ ਅਸ਼ਟਮ ਬੀਰਾ ਦਾ
ਸਭ ਪ੍ਰਤਾਪ ਘਟ ਜਾਵੇਗਾ। ਇਮ ਕਹਿ ਅਨਕ ਮਸੰਦ ਪਠੇ ਹੈ, ਮਾਨ ਦਾਨ ਦੇ ਦਰਬ ਅਪਾਰ। ਇਹ ਕਹਿ ਕੇ ਫਿਰ ਬਾਬਾ ਰਾਮ ਰਾਏ ਜੀ ਦੇ ਅਨੁਸਾਰ ਬਹੁਤ ਸਾਰੇ ਪੱਥਰ ਲੈ ਕੇ ਕਈ ਤਰ੍ਹਾਂ ਦੇ ਮਸੰਦ ਬਹੁਤ ਸਾਰਾ ਧਨ ਆਦਿਕ ਦੇ ਕੇ ਉਹਨਾਂ ਵੱਲ ਭੇਜੇ ਹਨ। ਸਿਰ ਦਸਤਾਰ ਬੰਦਾਵਨ ਕਰਕੇ, ਲਿਖੇ ਹੁਕਮ ਨਾਮੇ ਕਰ ਤਾਰ। ਜਿਹੜੇ ਵੱਖ-ਵੱਖ ਦਿਸ਼ਾਵਾਂ ਦੇ ਮਸੰਦ ਹਨ ਉਹਨਾਂ ਨੂੰ ਸਾਡੇ ਵੱਲੋਂ ਮਸੰਦਗੀ ਦੀ ਦਸਤਾਰ ਬਣਵਾ ਕੇ ਇਸ ਤਰ੍ਹਾਂ ਧਨ ਆਦਿਕ ਦੇ ਦਿਓ। ਇਹ ਹੁਕਮਨਾਮੇ ਬਾਬਾ ਰਾਮ ਰਾਏ ਜੀ ਨੇ ਲਿਖਵਾਏ ਹਨ। ਜਿਹ ਕੋ ਜਹ ਭੇਜਿਓ ਤਿਹ ਆਖਿਆ, ਲਿਖਿਓ ਹਮਾਰੋ ਇਹ ਮੁਖਤਿਆਰ। ਤੇ ਉਹਨਾਂ ਵੱਲੋਂ ਜਿਹੜੇ ਹੁਕਮਨਾਮੇ ਲਿਖਵਾਏ ਹਨ ਮਸੰਦਾਂ ਨੂੰ ਆਪਣੀ ਤਰਫ ਕਰਨ ਦੇ ਲਈ, ਉਹਦੇ ਵਿੱਚ ਲਿਖ ਦਿੱਤਾ ਕਿ ਸਾਡੇ ਵੱਲੋਂ ਤੁਹਾਨੂੰ ਇਹ ਮੁਖਤਾਰ ਭਾਵ ਕੇ ਜ਼ਿੰਮੇਵਾਰੀ ਹੈ, ਗੁਰਤਾ ਵਜੋਂ ਗੁਰੂ ਸਾਨੂੰ ਮੰਨ ਕੇ ਸੰਗਤ ਅੰਦਰ ਸਿੱਖੀ ਦੀ ਸੰਭਾਲ ਕਰਦਿਆਂ ਵਿਚਰਦੇ ਰਹੋ। ਗੁਰ ਮਨੋਤ ਹੋਏ ਸੋ ਇਸ ਦੀਜੈ, ਕਹਿ ਜੋ ਮਾਨੋ ਹੋਏ ਉਦਾਰ। ਉਹਨਾਂ ਹੁਕਮਨਾਮਿਆਂ ਵਿੱਚ ਵੀ ਇਹ ਲਿਖਵਾ ਦਿੱਤਾ ਸੰਗਤ ਪ੍ਰਤੀ ਕਿ ਜਿਹੜੀ ਗੁਰੂ ਸਾਹਿਬ ਜੀ ਦੇ ਅਰਥ ਪ੍ਰੇਮ ਭੇਟਾ ਸਤਕਾਰ ਭੇਟ ਦਸਵੰਧ ਭੇਟ ਦੇਣੀ ਹੈ ਉਹ ਇਹਨਾਂ ਮਸੰਦਾਂ ਨੂੰ ਦਿਆ ਕਰੋ, ਇਹ ਗੁਰੂ ਘਰ ਪਾਸ ਪਹੁੰਚਾਉਣਗੇ। ਰਹੋ ਸਦਾ ਅਨੁਸਾਰੀ ਇਸਕੇ, ਆਵੋ ਦਰਸ਼ਨ ਕੋ ਸੰਗ ਲੇ। ਇਹ ਜਿਹੜੇ ਮਸੰਦ ਬਾਬਾ ਰਾਮ ਰਾਏ ਜੀ ਵੱਲੋਂ ਥਾਪੇ ਹਨ ਸਾਰੀ ਸੰਗਤ ਇਹਨਾਂ ਦੇ ਅਨੁਸਾਰ ਰਹੇ। ਜਦੋਂ ਵੀ ਇਹ ਦਰਸ਼ਨ ਕਰਨ ਆਉਣ ਸੰਗਤ ਇਹਨਾਂ ਦੀ ਅਗਵਾਈ ਵਿੱਚ ਆਇਆ ਕਰੇ। ਜੌਨ ਆਏ ਤਨ ਅਰਪੈ ਇਸ ਸਭ, ਹਮਕੋ ਪਹੁੰਚੈ ਗੋਜੋ ਦੇ। ਇਸੇ ਤਰ੍ਹਾਂ ਜਿਹੜੇ ਇਹਨਾਂ ਨੂੰ ਧਨ ਅਰਪਣ ਕਰਨਗੇ ਉਹ ਸਾਰਾ ਧਨ ਸਾਨੂੰ ਅਰਪਣ ਪਹੁੰਚ ਜਾਇਆ ਕਰੇਗਾ। ਇਸ ਕਰਕੇ ਮਸੰਦਾਂ ਨੂੰ ਧਨ ਸਾਨੂੰ ਸਮਝ ਕੇ ਹੀ ਅਰਪਣ ਕਰੋ। ਗੁਰ ਕੀ ਖੁਸ਼ੀ ਹੋਏ ਤੁਮੇ ਉਪਰ, ਕਰੋ ਕਾਮਨਾ ਪੂਰੈ ਸੇ। ਇਹ ਫਿਰ ਬਾਬਾ ਰਾਮ ਰਾਏ ਜੀ ਨੇ ਵੱਖੋ ਵੱਖ ਮਸੰਦਾਂ ਵਾਲੇ ਪੱਤਰ ਲਿਖਵਾਏ ਹਨ, ਨਾਲ ਕਾਫੀ ਸਾਰਾ ਧਨ ਭੇਜਿਆ ਸਭ ਤਰ੍ਹਾਂ ਦੀ ਖੁੱਲ ਦੇ ਕੇ ਕਿ ਵੱਡ ਗਿਣਤੀ ਵਿੱਚ ਮਸੰਦ ਮੇਰੇ ਨਾਲ ਜੁੜ ਜਾਣ ਤੇ ਮੈਂ ਗੁਰਤਾ ਵਜੋਂ ਆਪਣੇ ਆਪ ਨੂੰ ਪ੍ਰਸਿੱਧ ਕਰ ਲਵਾਂ। ਇਸ ਤਰ੍ਹਾਂ ਦੇ ਸਭ ਯਤਨ ਕਰਦੇ ਹਨ। ਸ਼ਬਦ ਪਠੋ ਅਰ ਜਨਮ ਸੁਧਾਰ, ਨਹਿ ਪਰਮੋ ਨਿਜ ਧਰਮ ਗਏ। ਤੇ ਨਾਲ ਇੱਕ ਤਾਕੀਦ ਲਿਖਵਾ ਦਿੱਤੀ ਕਿ ਸ਼ਬਦ ਪੜ੍ਹ ਕੇ ਆਪਣੇ ਜਨਮ ਦਾ ਸੁਧਾਰਨ ਦਾ ਯਤਨ ਕਰੋ। ਸਾਡੀ ਸੰਗਤ ਹੋਰ ਕਿਸੇ ਤਰ੍ਹਾਂ ਦੇ ਭਰਮ ਵਿੱਚ ਨਾ ਰਹੇ। ਗਹੇ ਹੁਕਮ ਨਾਵੇ ਸਭ ਤਾਏ, ਜਾਏ ਸੰਗਤਨ ਮਹਿ ਤਨ ਲੀਨ। ਇਸ ਕਰਕੇ ਫਿਰ ਜਦੋਂ ਬਾਬਾ ਰਾਮ ਰਾਏ ਜੀ ਦੇ ਲਿਖਵਾਏ ਹੁਕਮਨਾਮੇ ਸੰਗਤਾਂ ਪਾਸ ਮਸੰਦਾ ਪਾਸ ਗਏ, ਸਭਨਾਂ ਨੇ ਉਹਨਾਂ ਦੇ ਲਿਖੇ ਹੋਏ ਹੁਕਮਨਾਮੇ ਪੜ੍ਹੇ ਤਾਂ ਅਪਰ ਗੁਰੂ ਕੇ ਨਿੰਦਕ ਬਨ ਬਨ, ਆਪਣੇ ਪਰ ਪਰਮਾਏ ਪ੍ਰਵੀਨ। ਇਸ ਕਰਕੇ ਫਿਰ ਮਸੰਦਾਂ ਨੇ ਜਦੋਂ ਉਹਨਾਂ ਹੁਕਮਨਾਮਿਆਂ ਵਿੱਚ ਪੜ੍ਹਿਆ ਕਿ ਸਾਨੂੰ ਬਾਬਾ ਰਾਮ ਰਾਏ ਜੀ ਗੁਰੂ ਘਰ ਦੇ ਮਸੰਦ ਬਣਾ ਰਹੇ ਹਨ, ਸਾਨੂੰ ਸਭ ਤਰ੍ਹਾਂ ਦੀਆਂ ਭੇਟਾਵਾਂ ਲੈਣ ਦੀ ਖੁੱਲ੍ਹ ਹੈ, ਸੰਗਤਾਂ ਸਾਡੀ ਅਗਵਾਈ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਇਆ ਕਰਨਗੀਆਂ, ਤਾਂ ਇਹ ਗੱਲ ਸੁਣ ਕੇ ਜਿਹੜੇ ਮਸੰਦ ਹਨ ਉਹ ਮਨ ਅੰਦਰ ਬੜੇ ਭ੍ਰਮਿਤ ਹੋ ਗਏ ਹਨ ਕਿ ਹੁਣ ਸਭ ਕੁਝ ਸਾਡੇ ਅਨੁਸਾਰ ਹੋਵੇਗਾ। ਇਸ ਕਰਕੇ ਉਹ ਇਸ ਲਾਲਚ ਵਿੱਚ ਆਏ, ਗੁਰੂ ਨਿੰਦਕ ਬਣ ਜਾਂਦੇ ਹਨ। 8ਵੇਂ ਪਾਤਸ਼ਾਹ ਜੀ ਦੀ ਨਿੰਦਿਆ ਕਰ ਕਰਕੇ ਬਾਬਾ ਰਾਮ ਰਾਏ ਜੀ ਨੂੰ ਗੁਰਤਾ ਵਜੋਂ ਸੰਗਤਾਂ ਅੰਦਰ ਪ੍ਰਚਾਰਦੇ ਹਨ। ਝੂਠ ਬੋਲਨੋ ਕਪਟ ਕਮਾਵਨ, ਜਿਉ ਕਿਉ ਦਰਬ ਲੇਹ ਲਬ ਪੀਨ। ਇੰਜ ਝੂਠ ਵੀ ਬੋਲਣ ਲੱਗ ਪਏ। ਹੌਲੀ ਹੌਲੀ ਕਪਟ ਉਹਨਾਂ ਦੇ ਜੀਵਨ ਵਿੱਚ ਵੱਧ ਗਿਆ। ਸਿੱਖੀ ਦੀ ਮਰਜ਼ਾਦਾ ਨੂੰ ਨਾ ਸਮਝਦਿਆਂ ਹੋਇਆਂ ਜਿਵੇਂ ਕਿਵੇਂ ਵੀ ਮਨ ਅੰਦਰ ਆਉਂਦਾ ਸੀ, ਉਸੇ ਤਰ੍ਹਾਂ ਦੀ ਸੰਗਤਾਂ ਪਾਸੋਂ ਧਨ ਦੀ ਦਸਵੰਧ ਭੇਟ ਦੀ ਉਗਰਾਹੀ ਕਰਦੇ ਸਨ। ਭੋਲੀ ਸੰਗਤ ਕਰ ਵਸ ਆਪਣੇ, ਅਪਰਨ ਟਿਕ ਪਹੁੰਚਨ ਨਹਿ ਦੀਨ। ਇਸ ਕਰਕੇ ਉਹ ਬਹੁਤ ਸਾਰੇ ਮਸੰਦਾਂ ਨੇ ਸਾਰੀ ਸੰਗਤ ਨੂੰ ਹੌਲੀ ਹੌਲੀ ਭਰਮਾ ਲਿਆ ਤੇ ਕਵੀ ਜੀ ਨੇ ਲਿਖਿਆ ਭੋਲੀ ਸੰਗਤ। ਕਿਉਂਕਿ ਹੁਣ ਦੋਵੇਂ ਗੁਰੂ ਪੁੱਤਰ ਹਨ। ਬਾਬਾ ਰਾਮ ਰਾਏ ਜੀ ਦਾ ਵੀ ਇੱਕ ਸਤਿਕਾਰਤ ਸਥਾਨ ਹੈ, ਪਰ ਸਾਰੀ ਸੰਗਤ ਉਸ ਵਕਤ ਹਾਜ਼ਰ ਨਾ ਹੋਣ ਕਰਕੇ ਨਹੀਂ ਜਾਣਦੀ।
ਤੇ ਭੋਲੀ ਸੰਗਤ ਨੂੰ ਗੁੰਮਰਾਹ ਕਰਕੇ RAM ਰਾਏ ਜੀ ਦੇ ਬਣਾਏ ਹੋਏ ਮਸੰਦ ਆਪਣੀ ਤਰਫ ਚਲਾ ਲੈਂਦੇ ਹਨ। ਅਜਿਕ ਦਰਬ ਸੰਗਤ ਤੇ ਆਵਹਿ ਕੁਛ ਸ਼੍ਰੀ ਰਾਮ ਰਾਏ ਟਿਕਦੇ ਕਿਉਂਕਿ ਹੈ। ਹੁਣ ਇਹ ਲਾਲਚੀ ਸੁਭਾਅ ਦੇ ਹਨ ਇਹ ਸਾਰੇ ਮਸੰਦ। ਇਸ ਕਰਕੇ ਜਦੋਂ ਇਹਨਾਂ ਨੂੰ ਇੰਜ ਦੀ ਖੁੱਲ੍ਹ ਮਿਲ ਗਈ ਤੇ ਸੰਗਤਾਂ ਪਾਸੋਂ ਗੁਰੂ ਘਰ ਦੀ ਭੇਟਾ ਕਹਿ ਕੇ ਧਨ ਉਗਰਾਉਣ ਲੱਗੇ। ਬਹੁਤ ਸਾਰਾ ਧਨ ਇਕੱਠਾ ਹੁੰਦਾ ਹੈ, ਕਾਫੀ ਹਿੱਸਾ ਆਪਣੇ ਪਾਸ ਰੱਖ ਲੈਂਦੇ ਹਨ। ਔਰ ਸਕਲ ਆਪਣੇ ਟਿਗ ਰਾਖੈ ਭਏ ਧਨੀ ਸਿੱਖਿਅਨ ਤਨ ਇਸ ਲੇਹ। ਕਰਕੇ ਧਨ ਦਾ ਬਹੁਤ ਸਾਰਾ ਹਿੱਸਾ ਆਪਣੇ ਕੋਲ ਰੱਖਦੇ ਹਨ, ਕੁਝ ਕੋ RAM ਰਾਏ ਜੀ ਨੂੰ ਦਿੰਦੇ ਹਨ। ਇੰਜ ਧਨੀ ਸਿੱਖਾਂ ਦੀਆਂ ਭੇਟਾਵਾਂ ਵੀ ਆਪਣੇ ਕੋਲ ਸੰਭਾਲ ਲੈਂਦੇ ਹਨ। ਪਾਏ ਪਦਾਰਥ ਭਏ ਹੰਕਾਰੀ ਬੜੇ ਅਸ਼ਰਦਕ ਲਖੈ ਨ ਕਵੀ ਜੀ ਕੇਹ। ਜ਼ਿਕਰ ਕਰਦੇ ਹਨ ਕਿ ਜਿਉਂ-ਜਿਉਂ ਧਨ ਪਦਾਰਥ ਦੀ ਸਮਰੱਥਾ ਇਹਨਾਂ ਮਸੰਦਾਂ ਪਾਸ ਵੱਧ ਗਈ, ਬਹੁਤ ਜ਼ਿਆਦਾ ਹੰਕਾਰੀ ਹੋ ਗਏ ਤੇ ਬਹੁਤ ਵੱਡੇ ਅਸ਼ਰਦਕ ਵੀ ਬਣ ਗਏ। ਏਡੇ ਵੱਡੇ ਸ਼ਰਧਾ ਤੋਂ ਰਹਿਤ ਹੋ ਗਏ ਕਿ ਗਿਣਤੀ ਕਿਸੇ ਤਰ੍ਹਾਂ ਨਹੀਂ ਕੀਤੀ ਜਾ ਸਕਦੀ। ਗੁਰੂ ਬਨਾਵਨ ਹਵਰੇ ਬਸ ਹੈ ਜਿਸ ਕੋ ਚਾਹੈ ਤਿਸੈ ਪੁਜੇ। ਇਹਨਾਂ ਮਸੰਦਾਂ ਦਾ ਹੰਕਾਰ ਕਿਹੜੇ ਸ਼ਬਦਾਂ 'ਚ ਝਲਕਦਾ ਹੈ? ਕਵੀ ਜੀ ਲਿਖਦੇ ਹਨ ਕਿ ਬਨੇ ਮਸੰਦਨ ਜਿਹੜੇ ਗੁਰੂ ਬਨਾਵਨ ਹਮਰੇ ਬਸ ਹੈ। ਕਹਿਣ ਲੱਗੇ ਗੁਰੂ ਸਾਹਿਬ ਬਣਾਉਣਾ ਤਾਂ ਸਾਡੇ ਵੱਸ ਵਿੱਚ ਹੈ, ਅਸੀਂ ਆਪਣੇ ਚੋਲੇ ਦਾ ਇੱਕ ਕਫ ਬਾਹ ਆਦਿਕ ਛੜਕ ਦਈਏ ਤਾਂ ਉਹਦੇ ਵਿੱਚੋਂ ਗੁਰੂ ਕੱਢ ਸਕਦੇ ਹਾਂ। ਸਗਲ ਸੰਗਤਾਂ ਸੰਗ ਹਮਾਰੇ ਜਿਸ ਟਿਗ ਚਾਹੈ ਤਹ ਲੈ ਇਹ ਜਾਹੇ। ਸਾਰੀਆਂ ਸੰਗਤਾਂ ਸਾਡੇ ਅਧੀਨ ਹਨ। ਜਿਵੇਂ ਸੰਗਤਾਂ ਨੂੰ ਪ੍ਰੇਰਾਂਗੇ, ਜਿਵੇਂ ਸੰਗਤਾਂ ਨੂੰ ਚਾਹਾਂਗੇ, ਉਸੇ ਤਰ੍ਹਾਂ ਕਰ ਕਰਕੇ ਆਪਣੇ ਨਾਲ ਲੈ ਜਾਵਾਂਗੇ। ਨਿਜ ਅਸਤੀਨ ਹਿਲਾਵਨ ਕਰਕੇ ਗੁਰੂ ਨਿਕਾਸੈ ਦੇਹ ਕਹਿਣ ਲੱਗੇ ਬਿਠਾਏ। ਆਪਣੀ ਬਾਹ ਆਦਿਕ ਚੋਲੇ ਦੀ ਛੜਕ ਦਈਏ, ਉਹਦੇ ਵਿੱਚੋਂ ਵੀ ਚੰਗੀ ਤਰ੍ਹਾਂ ਝਾੜ ਦਈਏ ਤੇ ਅਸੀਂ ਗੁਰਤਾ ਦਾ ਮਾਲਕ ਗੁਰੂ ਪੈਦਾ ਕਰ ਸਕਦੇ ਹਾਂ। ਇੰਨਾ ਜ਼ਿਆਦਾ ਇਹਨਾਂ ਮਸੰਦਾਂ ਦਾ ਅਹੰਕਾਰ ਹੈ। ਇਹੋ ਜਿਹਾ ਅਹੰਕਾਰ ਦਸਮ ਪਾਤਸ਼ਾਹ ਵੇਲੇ ਵੀ ਇੱਕ ਮਸੰਦ ਨੇ ਜ਼ਾਹਰ ਕੀਤਾ ਸੀ। ਦਸਮ ਪਾਤਸ਼ਾਹ ਜੀ ਨੇ ਕਰੜੀ ਸਜ਼ਾ ਦੇ ਕੇ ਉਹਦੇ ਇਸ ਅਪਰਾਧੀ ਪੁਣੇ ਨੂੰ ਸਮਾਪਤ ਕੀਤਾ ਸੀ। ਇਸ ਕਰਕੇ ਉਹਨਾਂ ਮਸੰਦਾਂ ਦਾ ਵਧਿਆ ਹੋਇਆ ਹੰਕਾਰ ਬਾਬਾ RAM ਰਾਏ ਜੀ ਵੇਲੇ ਇਸ ਤਰ੍ਹਾਂ ਜ਼ਾਹਰ ਹੁੰਦਾ ਹੈ। ਜੋ ਗੁਰ ਰਹਿ ਅਧੀਨ ਹਮਾਰੇ ਤਿਸ ਹੀ ਕੇ ਪੁਜਵਾਵਹਿ ਤੇ ਪਾਏ। ਆਪਸ ਵਿੱਚ ਮਿਲ ਮਿਲ ਕੇ ਕਿਆ ਕਰਦੇ ਹਨ ਕਿ ਜਿਹੜਾ ਸਾਡੇ ਅਨੁਸਾਰ ਰਹੇਗਾ ਅਸੀਂ ਉਹਨੂੰ ਗੁਰੂ ਬਣਾਵਾਂਗੇ। ਜਿਹਦੀ ਪੂਜਾ ਅਸੀਂ ਕਰਾਉਣੀ ਚਾਹੀਏ ਉਹਦੀ ਹੀ ਪੂਜਾ ਸੰਗਤਾਂ ਵਿੱਚ ਹੋਵੇਗੀ। ਨਾਹਿ ਤਾ ਪ੍ਰਥਾਨ ਲੈ ਗਮਨਹਿ ਤਿਨ ਘਟ ਕਰਦੈ ਔਰ ਬਧਾਏ। ਨਹੀਂ ਤਾਂ ਅਸੀਂ ਕਿਸੇ ਹੋਰ ਪਾਸ ਚਲੇ ਜਾਵਾਂਗੇ, ਉਹਨਾਂ ਪਾਸ ਸਭ ਕੁਝ ਲੈ ਜਾਵਾਂਗੇ। ਇਸ ਕਰਕੇ ਪਹਿਲੇ ਦੀ ਮਾਣ ਵਡਿਆਈ ਘਟਾ ਦੇਵਾਂਗੇ। ਇਤਿਆਦਿਕ ਲਖ ਮੂਰਖ ਗਰਬੇ ਨਿਤ ਪ੍ਰਤ ਚਲਤੇ ਪਏ ਕੁਚਾਲ। ਇਸ ਕਰਕੇ ਮਸੰਦ ਹੰਕਾਰੀ ਹੋਏ, ਅਸ਼ਰਦਕ ਹੋਏ, ਧਨ ਦੇ ਲੋਭ ਵਿੱਚ ਗਰਸੇ ਹੋਏ, ਮਨ ਮਰਜ਼ੀ ਦੇ ਮਾਲਕ ਬਣ ਗਏ ਹਨ। ਤੇ ਇਕੱਲਾ ਇੰਨਾ ਨਹੀਂ, ਕਵੀ ਜੀ ਜ਼ਿਕਰ ਕਰਦੇ ਹਨ ਕਿ ਹੌਲੀ ਹੌਲੀ ਕੁਚਾਲ, ਬੁਰੀਆਂ ਰੀਤਾਂ, ਮੰਦ ਕਰਮਾਂ ਦੇ ਸਹਿਤ ਨੀਵੇਂ ਕਿਸਮ ਦੇ ਆਚਰਣ ਵਾਲੇ ਵੀ ਹੋ ਗਏ ਹਨ। ਪਾਨ ਬਾਰਨੀ ਬਾਰ ਬਦੂਰਤ ਲਗੇ ਪਾਪ ਮੈਂ ਦੁਸ਼ਟ ਵਿਸਾਲ। ਕਿਉਂਕਿ ਧਨ ਦਾ ਵਧਿਆ ਹੋਇਆ ਲੋਭ, ਵਧੀ ਹੋਈ ਸਮਰੱਥਾ ਜਿਹੜੀ ਹੈ ਕਿ ਜੀਵਨ ਦੇ ਵਿੱਚ ਮੱਤ ਮਾਰ ਦਿੰਦੀ ਹੈ। ਵਧੇ ਹੋਏ ਧਨ ਦੀ ਸਮਰੱਥਾ ਨੇ ਇਹਨਾਂ ਦੇ ਜੀਵਨ ਨੂੰ ਨਿਵਾਣ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਪਾਨ ਬਾਰਨੀ, ਸ਼ਰਾਬ ਮਦਰਾ ਆਦਿਕ ਪੀਣ ਲੱਗ ਪਏ ਹਨ। ਵੇਸਵਾ ਦੁਆਰ ਜਾਣ ਲੱਗ ਪਏ ਹਨ। ਦੁਸ਼ਟ ਬੰਦਿਆਂ ਦੇ ਨਾਲ ਬਹੁਤ ਵੱਡਾ ਸਮੂਹ ਵਧਾ ਰਹੇ ਹਨ। ਨਿਰਧਨ ਸਿੱਖਿਅਨ ਕੋ ਦੁਖਦਾਇਕ ਚਿਰਕੈ ਕਹਿ ਕਹਿ ਬੋਲ ਕਰਾਲ। ਜਿਹੜੇ ਸ਼ਰਧਾਵਾਨ ਗਰੀਬ ਸਿੱਖ ਹਨ ਉਹਨਾਂ ਨੂੰ ਸ਼ਕਤੀ ਦੇ ਨਾਲ ਹੰਕਾਰ ਵਿੱਚ ਆਇਆਂ ਝਿੜਕਦੇ ਹਨ। ਜਦੋਂ ਸ਼ਰਧਾਵਾਨ ਸਿੱਖ ਥੋੜੀ ਥੋੜੀ ਭੇਟ ਜੋ ਦਸਵੰਧ ਇੱਤ ਬਣਦੀ ਦਿੰਦੇ ਸਨ,
ਉਹਨਾਂ ਨੂੰ ਲੈਣ ਤੋਂ ਇਨਕਾਰੀ ਦੇ ਕਰਕੇ ਗੁੱਸੇ ਭਰੇ ਝਿੜਕਣ ਭਰੇ ਤਨਜ ਕਰਨ ਵਾਲੇ ਮੰਦੇ ਬੋਲ ਬੋਲਦੇ ਸਨ। ਗੁਰ ਮਾਰਿਓ ਤੂੰ ਦਰਬ ਨ ਦੇਤੋ, ਨਿਤ ਕੁਟੰਬ ਕਰ ਤੋ ਪ੍ਰਤਪਾਲ। ਇਹ ਮਸੰਦ ਹੰਕਾਰੇ ਹੋਏ ਨਿਰਧਨ ਧਨੀ ਗਰੀਬ ਸਿੱਖਾਂ ਨੂੰ, ਸ਼ਰਧਾਵਾਨ ਸਿੱਖਾਂ ਨੂੰ ਇਉਂ ਤਿਰਸਕਾਰਿਆ ਕਰਦੇ ਸਨ ਕਿ ਗੁਰੂ ਮਾਰਿਆ ਤੂੰ ਸਾਨੂੰ ਇੰਨਾ ਧਨ ਨਹੀਂ ਦੇ ਸਕਦਾ, ਸਾਰੇ ਪਰਿਵਾਰ ਦੀ ਪਾਲਣਾ ਕਰਦਾ ਹੈ। ਸ਼ਰਧਾਵਾਨ ਸਿੱਖਾਂ ਦੀ ਭਾਵਨਾ ਦੀ ਜਰਾ ਕਦਰ ਨਹੀਂ ਕਰਦੇ ਹਨ। ਮੈਂ ਗੁਰ ਕੋ ਸਿੱਖ ਨਹਿ ਤੁਮ ਲਿਖ ਦੇਹੋ, ਇਮ ਡਰ ਪਾਏ ਲੇਤ ਧਨ ਸ਼ੀਨਾ। ਇਸ ਕਰਕੇ ਗਰੀਬ ਸਿੱਖਾਂ ਨੂੰ ਇਹ ਮਸੰਦ ਡਰਾਉਂਦੇ ਹਨ ਕਿ ਮੈਂ ਇੰਜ ਲਿਖ ਦਵਾਂਗਾ ਗੁਰੂ ਸਾਹਿਬ ਜੀ ਵੱਲ ਕਿ ਤੂੰ ਹੁਣ ਗੁਰੂ ਸਾਹਿਬ ਜੀ ਦਾ ਸਿੱਖ ਨਹੀਂ ਹੈ। ਇਹ ਗੱਲਾਂ ਕਹਿ ਕਹਿ ਕੇ ਮਸੰਦ ਆਮ ਸੰਗਤਾਂ ਨੂੰ, ਸ਼ਰਧਾਵਾਨ ਸੰਗਤਾਂ ਨੂੰ ਡਰਾਇਆ ਕਰਦੇ ਹਨ। ਕਰ ਕੀ ਵਸਤ ਬਿਕਾਵਹਿ ਬਲ ਤੇ, ਕਰੈ ਤੰਗ ਅਰ ਅਧਿਕ ਸੁਦੀਨ। ਇਸ ਕਰਕੇ ਇਹਨਾਂ ਮਸੰਦਾਂ ਤੋਂ ਡਰੇ ਹੋਏ ਸ਼ਰਧਾਵਾਨ ਨਿਰਧਨ ਸਿੱਖ ਇਹਨਾਂ ਦੀਆਂ ਮਨ ਆਈਆਂ ਪੂਰੀਆਂ ਕਰਨ ਦੇ ਲਈ ਘਰ ਦੀਆਂ ਵਸਤੂਆਂ ਵੇਚ ਕੇ, ਗਹਿਣੇ ਧਰ ਕੇ ਇਹਨਾਂ ਦੀ ਮੂੰਹ ਕਈ ਭੇਟਾ ਦਿੰਦੇ ਹਨ। ਕਬ ਸ਼੍ਰੀ ਰਾਮ ਰਾਏ ਟਿਗ ਪਹੁੰਚੈ, ਕਰੈ ਪੁਕਾਰ ਹਮੈ ਦੁਖ ਦੀਨਾ। ਜਦੋਂ ਮਸੰਦਾਂ ਦੀ ਮਨ ਆਈ ਹੰਕਾਰ ਅਸ਼ਰਦਕ, ਜਿਹੜਾ ਵਰਤਾਰਾ ਵਾਧਾ ਗਿਆ ਤੇ ਕੁਝ ਦੁਖੀ ਹੋਏ ਸਿੱਖ ਜਿਹੜੇ ਬਾਬਾ ਰਾਮ ਰਾਏ ਜੀ ਨੂੰ ਇਹਨਾਂ ਦੇ ਭਰਮਾਉਣ ਕਰਕੇ ਗੁਰੂ ਮੰਨਦੇ ਹਨ, ਉਹਨਾਂ ਜਾ ਕੇ ਕਿਹਾ ਕਿ ਮਸੰਦ ਨਿਤ ਨਿਤ ਸਾਨੂੰ ਦੁੱਖ ਦਿੰਦੇ ਹਨ। ਡਰਪ ਮਸੰਦਨ ਤੇ ਨ ਪਨ ਕੁਛ, ਕਹਿ ਬਾਕਨ ਕੋ ਖਾਤਰ ਕੀਨਾ। ਪਰ ਬਾਬਾ ਰਾਮ ਰਾਏ ਜੀ ਇਹਨਾਂ ਮਸੰਦਾਂ ਤੋਂ ਡਰਦੇ ਹਨ ਕਿ ਜੇ ਇਹਨਾਂ ਨਾਲ ਵਿਗਾੜੀ ਤਾਂ ਮੇਰੇ ਸਾਰੇ ਕੁਝ ਦਾ ਬਣਾਏ ਹੋਏ ਦਾ ਸਭ ਪਾਸੇ ਵਿਨਾਸ਼ ਹੋ ਜਾਵੇਗਾ। ਇਸ ਕਰਕੇ ਉਹਨਾਂ ਦੇ ਸੰਗਤਾਂ ਦੇ ਕਹੇ ਦਾ ਕੁਝ ਖਿਆਲ ਨਹੀਂ ਕਰਦੇ ਹਨ, ਸਗੋਂ ਆਉਣ ਵਾਲਿਆਂ ਨੂੰ ਆਦਰ ਭਰੇ ਭਰਮਾਊ ਬਚਨ ਕਹਿ ਕੇ ਪਤਿਆ ਲੈਂਦੇ ਹਨ। ਦੋਹਰਾ ਇਸ ਵਿਦ ਆਪਣੀ ਸੰਗਤਾਂ, ਬਾਟ ਮਸੰਦਨ ਦੀਨ। ਇਹਦੇ ਫਿਰ ਮਸੰਦਾਂ ਦੇ ਵਿੱਚ ਮਸੰਦਾਂ ਨੇ ਗੁਰੂ ਘਰ ਦੇ ਅਨੁਸਾਰ ਰਹਿੰਦਿਆਂ ਹੋਇਆਂ ਅੰਦਰ ਖਾਤੇ ਆਪੋ ਆਪਣੀਆਂ ਸੰਗਤਾਂ ਆਪਸ ਵਿੱਚ ਵੰਡ ਲਈਆਂ ਹਨ। ਬੰਦੋਬਸਤ ਸਭ ਰੀਤ ਕਰ, ਰਾਖੀ ਸਕਲ ਅਧੀਨ। ਸਭ ਤਰ੍ਹਾਂ ਦੇ ਬੰਦੋਬਸਤ ਕਰਕੇ ਰੱਖੇ ਹਨ, ਆਪਣੇ ਮਨ ਅਨੁਸਾਰ ਸਾਰੇ ਕਾਰਜ ਕਰਦੇ ਹਨ। ਆਪਣੇ ਕੀਤੇ ਹੋਏ ਮੰਦ ਕਰਮਾਂ ਦੀ ਜਰਾ ਜਿੰਨੀ ਵੀ ਭਿਣਕ ਰਾਮ ਰਾਏ ਜੀ ਤੱਕ ਨਹੀਂ ਜਾਣ ਦਿੰਦੇ ਹਨ। ਦੇਤ ਵਡਾਈ ਅਧਿਕ ਨਿਤ, ਜੇ ਮਸੰਦ ਵਿੱਚ ਦੇਸ਼। ਇੰਜ ਫਿਰ ਜਿਹੜੀ ਬਹੁਤ ਜ਼ਿਆਦਾ ਵਡਿਆਈ ਉਹਨਾਂ ਮਸੰਦਾਂ ਨੂੰ ਬਾਬਾ ਰਾਮ ਰਾਏ ਜੀ ਦੇ ਚੁੱਕੇ ਸਨ, ਹੌਲੀ ਹੌਲੀ ਉਹਨਾਂ ਦੇ ਲਈ ਇਸ ਤਰ੍ਹਾਂ ਵੱਧ ਗਈ ਕਿ ਜਿਮ ਅਧੀਨ ਮੇਰੇ ਰਹੈ, ਕਰਤ ਉਪਾਏ ਵਿਸ਼ੇਸ਼। ਇਸ ਕਰਕੇ ਬਾਬਾ ਰਾਮ ਰਾਏ ਜੀ ਮਸੰਦਾਂ ਨੂੰ ਕੁਝ ਨਹੀਂ ਕਹਿੰਦੇ ਹਨ, ਜਦੋਂ ਚੱਲ ਕੇ ਆਉਂਦੇ ਨੇ ਸਗੋਂ ਵਿਸ਼ੇਸ਼ ਧਨ ਦਿੰਦੇ ਹਨ, ਸਿਰਪਾਓ ਦਿੰਦੇ ਹਨ, ਸਨਮਾਨ ਦਿੰਦੇ ਹਨ, ਤੇ ਇੰਜ ਮਸੰਦਾਂ ਦੇ ਹੀਏ ਹੋਰ ਵੱਧ ਜਾਂਦੇ ਹਨ। ਸਿਰੇ ਪਾਓ ਹਰ ਦਰਬ ਬਹੁ, ਦੇਤ ਦਾਨ ਸਨਮਾਨ। ਬਹੁਤ ਜ਼ਿਆਦਾ ਕੀਮਤੀ ਸਿਰਪਾਓ, ਬਹੁਤ ਜ਼ਿਆਦਾ ਧਨ ਅਰਬ ਦੇ ਕੇ ਉਹਨਾਂ ਮਸੰਦਾਂ ਨੂੰ ਆਪਣੀ ਤਰਫ ਖੁਸ਼ ਰੱਖਦੇ ਹਨ। ਸਿੱਖਿਅਨ ਕੇ ਦੁਖ ਦਾਇ ਕਨ, ਨਹਿ ਵਰਜਤ ਰਿਸ ਠਾਨ। ਇਧਰ ਜਿਹੜੇ ਸਿੱਖਾਂ ਨੂੰ ਦੁੱਖ ਦੇਣ ਵਾਲੇ ਮਸੰਦ ਹਨ, ਇਹਨਾਂ ਨੂੰ ਜਰਾ ਜਿੰਨਾ ਨਹੀਂ ਵਰਜਦੇ ਹਨ, ਨਹੀਂ ਝਿੜਕਦੇ ਹਨ। ਇੰਜ ਬਾਬਾ ਰਾਮ ਰਾਏ ਜੀ ਦੀ ਆਪਣੇ ਆਪ ਨੂੰ ਗੁਰੂ ਵਜੋਂ ਪ੍ਰਚਲਿਤ ਕਰਨ ਦੀ ਮਨਸ਼ਾ ਦੇ ਨਾਲ ਮਸੰਦਾਂ ਦੇ ਵਿਗੜਨ ਦਾ ਆਰੰਭ ਹੋ ਜਾਂਦਾ ਹੈ, ਤੇ ਨਿਤ ਨਵੀਨ ਹਰ ਦਮ ਸ਼ਰਧਾਵਾਨ ਸੰਗਤਾਂ ਨੂੰ ਤੰਗ ਕਰਨ ਲੱਗਦੇ ਹਨ। ਬਿਗਰੇ ਕਾਚ ਗੁਰਨ ਤੇ, ਧਰਤ ਮਹਾ ਹੰਕਾਰ। ਕਵੀ ਜੀ ਨੇ ਨਿਰਣਾ ਕੀਤਾ ਕਿ ਜਦ ਹੁਣ ਇਹ ਕਾਰਜ ਵਿਗੜ ਗਿਆ, ਮਸੰਦਾਂ ਦਾ ਹੰਕਾਰ ਸੰਗਤਾਂ ਦੇ ਲਈ ਸੰਤਾਪ ਬਣ ਗਿਆ, ਹੁਣ ਇਸ ਵਿਗੜੇ ਹੋਏ ਕਾਰਜ ਦਾ ਕਿਸ ਪ੍ਰਕਾਰ ਹੱਲ ਹੋਵੇ। ਪਾਤਸ਼ਾਹ ਦਸਵੇਂ ਬਿਨਾ, ਕੌਣ ਸੁਧਾਰੇ ਮਾਰ। ਇਸੇ ਤਰ੍ਹਾਂ ਦੁਸ਼ਟ ਨਿਕੰਦਨ ਦਸਮ ਪਾਤਸ਼ਾਹ ਜੀ ਤੋਂ ਬਿਨਾ ਕਵੀ ਜੀ ਆਖਦੇ ਹਨ, ਕੌਣ ਇਨ੍ਹਾਂ ਦੁਸ਼ਟ ਹੰਕਾਰੀਆਂ ਅਸ਼ਰਦਕ ਤੇ ਸ਼ਰਧਾਵਾਨ ਸਿੱਖਾਂ ਨੂੰ ਤੰਗ ਕਰਨ ਵਾਲੇ ਮਸੰਦਾਂ ਦਾ ਖਾਤਮਾ ਕਰੇ। ਕੌਣ ਇਨ੍ਹਾਂ ਮਸੰਦਾਂ ਨੂੰ ਸੁਧਾਰੇ ਭਾਵ ਕੇ
ਦਸਮ ਪਾਤਸ਼ਾਹ ਬਿਨਾ ਇਹਨਾਂ ਦਾ ਕੋਈ ਵੀ ਸੁਧਾਰ ਕਰਤਾ ਨਹੀਂ ਹੈ। ਦੋਹਰਾ ਸ੍ਰੀ ਹਰਿ ਕ੍ਰਿਸ਼ਨ ਪ੍ਰਤਾਪ ਬੜ ਸੋ ਜਸ ਸੁਨੈ ਨਿਤ ਕਾਲ। ਅਗਲੇ ਪ੍ਰਸੰਗ ਦੀ ਆਰੰਭਤਾ ਹੈ। ਉਧਰ ਰਾਮ ਰਾਏ ਨੇ ਆਪਣੇ ਆਪ ਨੂੰ ਗੁਰੂ ਵਜੋਂ ਪ੍ਰਚਲਿਤ ਕਰਨ ਦੇ ਲਈ ਇਹ ਸਭ ਯਤਨ ਕਰ ਲਏ ਤੇ ਮਸੰਦਾਂ ਦੇ ਹੌਸਲੇ ਬਹੁਤ ਜ਼ਿਆਦਾ ਮੰਦੀ ਮਨਸ਼ਾ ਵਾਲੇ ਵੱਧ ਗਏ। ਇੱਧਰ ਅਸ਼ਟਮ ਬਲਬੀਰਾ ਸਤਿਗੁਰੂ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਦੇ ਸਿੰਘਾਸਣ ਤੇ ਸ਼ੋਭਾ ਪਾਉਂਦੇ ਹੋਏ ਸੰਗਤਾਂ ਦੀ ਵਡਿਆਈ ਰੋਜ਼-ਰੋਜ਼ ਮਾਣ ਰਹੇ ਹਨ। ਧੀਰ ਮਹਾ ਗੰਭੀਰ ਹੈ ਕਰਾਮਾਤ ਮਹੀਆਨ। ਤੇ ਅੱਠਵੇਂ ਪਾਤਸ਼ਾਹ ਦੀ ਵੜਦੀ ਵਡਿਆਈ ਨੂੰ ਰਾਮ ਰਾਏ ਵੀ ਸੁਣਦਾ ਹੈ। ਜਦੋਂ ਸੁਣਦਾ ਹੈ ਧੀਰ ਮਹਾ ਗੰਭੀਰ ਹੈ, ਬੜੇ ਧੀਰਜ ਦੇ ਮਾਲਕ ਹਨ, ਬੜੀ ਗਹਿਰੀ ਗੰਭੀਰਤਾ ਰੱਖਦੇ ਹਨ, ਵੱਡੀ ਕਰਾਮਾਤ ਦੇ ਧਨੀ ਹਨ, ਅਸੰਭਵ ਨੂੰ ਸੰਭਵ ਕਰਨ ਵਾਲੇ ਹਨ। ਅਠਮ ਪਾਤਸ਼ਾਹ ਜੀ ਦੀ ਐਸੀ ਵਡਿਆਈ ਸੁਣਦਿਆਂ ਹੋਇਆ ਚੌਪਈ ਅਨਕ ਸੰਗਤਾ ਨਿਤ ਪ੍ਰਤ ਆਵੈ ਅਰਪ ਉਪਾਇਨ ਦਰਸ਼ਨ ਪਾਵੈ। ਦਿੱਲੀ ਬੈਠਿਆਂ ਰਾਮ ਰਾਏ ਜੀ ਸੁਣਦੇ ਹਨ ਕਿ ਉਹਨਾਂ ਪਾਸ ਹੁਣ ਅਨੇਕਾਂ ਸੰਗਤਾਂ ਹੁੰਦੀਆਂ ਹਨ। ਸਭ ਸੰਗਤਾਂ ਭੇਟਾਵਾਂ ਧਰ ਕੇ ਸ਼ਰਧਾ ਸਹਿਤ ਅਸ਼ਟਮ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਹਨ। ਪੂਰ ਕਾਮਨਾ ਸਿੱਖਿਆ ਅਨੇਕੋ ਕੇਤਿਕ ਪਾਵਤ ਦਾਤ ਵਿਵੇਕੋ। ਬਹੁਤ ਸਾਰੇ ਸਿੱਖਾਂ ਦੀ ਕਾਮਨਾ ਪੂਰਨ ਕਰਦੇ ਹਨ। ਸਭ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਸਿੱਖ ਉਹਨਾਂ ਪਾਸੋਂ ਪੁਰਵਾਉਂਦੇ ਹਨ। ਕੀਰਤ ਪਸਰੀ ਪੁਰ ਪੁਰ ਘਰ ਘਰ ਸੰਕਟ ਪਰ ਹਰ ਦਰਸ਼ਨ ਕਰ ਕਰ। ਹੌਲੀ ਹੌਲੀ ਉਹਨਾਂ ਦੀ ਕੀਰਤੀ ਸਾਰੇ ਨਗਰਾਂ ਦੇ ਵਿੱਚ ਘਰ ਘਰ ਦੇ ਵਿੱਚ ਪ੍ਰਗਟ ਹੋ ਗਈ ਹੈ। ਅਠਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਲਿਆਂ ਦੇ ਸਗਲ ਕਲੇਸ਼ ਦੁੱਖ ਹਰੇ ਜਾਂਦੇ ਹਨ। ਆਨ ਆਨ ਗੁਣ ਅਧਿਕ ਸੁਨਾਵੈ ਸੁਨ ਸੁਨ ਰਾਮ ਰਾਏ ਦੁਖ ਪਾਵੈ। ਜਿਹੜੀਆਂ ਸੰਗਤਾਂ ਅਠਵੇਂ ਪਾਤਸ਼ਾਹ ਦਰਸ਼ਨ ਕਰਨ ਆਉਂਦੀਆਂ ਸਨ ਤੇ ਬਾਲਾ ਪ੍ਰੀਤਮ ਦੀ ਅਕਥ ਸ਼ੋਭਾ ਨੂੰ ਦੇਖ ਕੇ ਨਿਹਾਲ ਹੋ ਜਾਂਦੀਆਂ ਸਨ, ਮਨ ਚੁਰਾਏ ਜਾਂਦੇ ਸਨ ਉਹਨਾਂ ਦੇ ਜਦ ਅਠਵੇਂ ਪਾਤਸ਼ਾਹ ਦਰਸ਼ਨ ਕਰਦੇ ਸਨ। ਤਾਂ ਜਦੋਂ ਉਹ ਸੰਗਤਾਂ ਦਿੱਲੀ ਵਾਪਸ ਜਾ ਕੇ ਜਾਂ ਵੱਖ-ਵੱਖ ਥਾਵਾਂ ਤੇ ਜ਼ਿਕਰ ਕਰਦੀਆਂ ਹਨ, ਭਾਵੇਂ ਤਾਂ ਬਾਬਾ ਰਾਮ ਰਾਏ ਜੀ ਦੇ ਛੋਟੇ ਭਰਾ ਦੀ ਵਡਿਆਈ ਹੈ, ਪਰ ਕਿਉਂਕਿ ਉਹ ਉਹਨਾਂ ਨੂੰ ਵਿਰੋਧੀ ਮੰਨਦੇ ਹਨ, ਇਹ ਵਡਿਆਈ ਸੁਣ ਕੇ ਉਹਨਾਂ ਨੂੰ ਦੁੱਖ ਹੁੰਦਾ ਹੈ। ਜਰੀ ਨ ਜਾਏ ਅਨੁਜ ਵਡਿਆਈ ਚਿਤਵਤ ਚਿਤ ਮਹਿ ਅਤ ਤਪਤਾਈ। ਸੰਸਕ੍ਰਿਤ ਵਿੱਚ ਛੋਟੇ ਭਰਾ ਨੂੰ ਅਨੁਜ ਆਖਦੇ ਹਨ। ਛੋਟੇ ਭਰਾ ਦੀ ਵਡਿਆਈ ਨਹੀਂ ਜਰੀ ਜਾਂਦੀ। ਰੋਜ਼-ਰੋਜ਼ ਚਿੱਤ ਅੰਦਰ ਦੁਖੀ ਹੁੰਦੇ ਹਨ। ਬਾਰ-ਬਾਰ ਈਰਖਾ ਵਿਰੋਧ ਦੇ ਖਿਆਲ ਉਹਨਾਂ ਨੂੰ ਜਲਾਈ ਰੱਖਦੇ ਹਨ। ਜਿਉ ਜਿਉ ਗੁਣ ਗਨ ਸੁਨ ਹੈ ਕਾਨ ਤਿਉ ਤਿਉ ਸ਼ੋਭ ਹਿਰਦੇ ਬਹੁ ਠਾਨ। ਜਿਵੇਂ ਜਿਵੇਂ ਅਠਵੇਂ ਪਾਤਸ਼ਾਹ ਜੀ ਦੀ ਵਡਿਆਈਆਂ ਦਾ, ਉਹਨਾਂ ਦੇ ਗੁਣਾਂ ਦਾ, ਉਪਮਾ ਦਾ ਜ਼ਿਕਰ ਸੁਣਦੇ ਹਨ, ਤਿਵੇਂ ਤਿਵੇਂ ਉਹਨਾਂ ਦੇ ਹਿਰਦੇ ਅੰਦਰ ਕੁਸ਼ੋਭ ਹੁੰਦੀ ਹੈ, ਭਾਵ ਕਿ ਦੁੱਖ ਹੁੰਦਾ ਹੈ। ਬਸ ਨ ਬਸਾਵੈ ਚਿਤਵੈ ਜਤਨਾ ਕਿਮ ਪ੍ਰਾਪਤ ਹੋਏ ਗੁਰ ਤਾਰਤਨਾ। ਇਸ ਕਰਕੇ ਫਿਰ ਭਾਵੇਂ ਆਪਣੇ ਵੱਲੋਂ ਤਾਂ ਸਭ ਇੰਤਜ਼ਾਮ ਕਰ ਬੈਠੇ ਸਨ ਮਸੰਦਾਂ ਨੂੰ ਆਪਣੇ ਵੱਲ ਕਰਕੇ, ਪਰ ਜਿਹੜੀ ਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ ਕਿ ਸੱਚੀ ਵਡਿਆਈ ਕਦੇ ਛੁਪੀ ਨਹੀਂ ਰਹਿੰਦੀ, ਉਹ ਪ੍ਰਗਟ ਹੋ ਕੇ ਹੀ ਰਹਿੰਦੀ ਹੈ। ਭਾਵੇਂ ਇਹ ਸਭ ਗੁਰੂ ਸਾਹਿਬਾਨਾਂ ਦੇ ਸਿਲਸਿਲੇ ਵਿੱਚ ਜ਼ਿਕਰ ਚੱਲਦਾ ਆਇਆ ਹੈ ਕਿ ਕੂੜ ਦੀ ਭਾਵੇਂ ਅਮਾਵਸਿਆ ਕਿੱਡੀ ਵੱਡੀ ਕਿਉਂ ਨਾ ਹੋ ਜਾਵੇ, ਸੱਚ ਚੰਦਰਮਾ ਉਜਲ ਹੋ ਕੇ ਹੀ ਰਹਿੰਦਾ ਹੈ। ਬੜੇ ਯਤਨ ਕੀਤੇ ਪਰ ਗੁਰਤਾ ਦਾ ਮਾਣ ਵਡਿਆਈ ਇਹਨਾਂ ਹੱਥ ਨਹੀਂ ਆਇਆ। ਇਸ ਕਰਕੇ ਹੁਣ ਦਿਨ ਰਾਤ ਬਾਬਾ ਰਾਮ ਰਾਏ ਜੀ ਸੋਚਦੇ ਹਨ ਕਿ ਜਿਵੇਂ ਉਹਨਾਂ ਦੀ ਸੰਗਤਾਂ, ਉਹਨਾਂ ਕੋਈ ਯਤਨ ਨਹੀਂ ਕੀਤਾ, ਕਿਸੇ ਨੂੰ ਪ੍ਰੇਰਣਾ ਨਹੀਂ ਕੀਤੀ, ਪੱਤਰ ਨਹੀਂ ਲਿਖੇ, ਕਿਸੇ ਨੂੰ ਜ਼ਬਰੀ ਤੌਰ ਤੇ ਮਨਾਇਆ ਨਹੀਂ, ਭਰਮਾਇਆ ਨਹੀਂ, ਪਰ ਸੰਗਤਾਂ ਉਹਨਾਂ ਨੂੰ ਗੁਰਤਾ ਮੰਨ ਕੇ ਉਪਮਾ ਕਰਦੀਆਂ ਹਨ, ਇਹ ਗੁਰਤਾ ਦਾ ਰਤਨ ਮੈਨੂੰ ਕਿਵੇਂ ਪ੍ਰਾਪਤ ਹੋਵੇ। ਸਿੱਖਿਆ ਮਸੰਦ ਮੇਵੜੇ ਬ੍ਰਿੰਦ ਸਭ ਮੈਂ ਬੈਠੇ ਚਿੰਤ ਬਿਲੰਦ। ਆਪਣੇ ਮੇਵੜੇ ਭਾਵ ਕੇ ਅਰਦਾਸੀਏ ਕਰਨ ਵਾਲੇ ਤੇ ਹੋਰ ਮਸੰਦਾਂ ਦੇ ਵਿਸ਼ਾਲ ਸਮੂਹ ਦੇ ਵਿੱਚ ਬੈਠੇ ਹੋਏ ਬਾਬਾ ਰਾਮ ਰਾਏ ਜੀ ਅਠਵੇਂ ਪਾਤਸ਼ਾਹ ਜੀ ਦੀ ਵਡਿਆਈ ਤੋਂ ਜਲਦੇ ਹੋਏ
ਦੁਖੀ ਹੋਏ ਆਪਣੀ ਚਿੰਤਾ ਕਹਿੰਦੇ ਹਨ। ਹਿਰਦੇ ਬਿਖੇ ਜਿਮ ਗਿਣਤੀ ਗਿਣਤ, ਮੁਖਿਆਨ ਸਾਥ ਬਾਕ ਕੋ ਭਣਤ। ਇਸੇ ਤਰ੍ਹਾਂ ਜਿਵੇਂ ਆਪਣੇ ਮਨ ਅੰਦਰ ਗਿਣਤੀਆਂ ਮਿਣਤੀਆਂ ਕਰਦੇ ਸਨ, ਕਿਵੇਂ ਕੋਈ ਕਾਰਜ ਕਰਾਂ ਕਿ ਗੁਰਤਾ ਵਾਲਾ ਮਾਣ ਮੈਨੂੰ ਮਿਲ ਜਾਵੇ। ਫਿਰ ਆਪਣੇ ਮਸੰਦਾਂ ਨੂੰ ਸੰਬੋਧਨ ਹੋ ਕੇ ਇਸ ਤਰ੍ਹਾਂ ਆਖਦੇ ਨੇ। ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚ ਕਿ 1200 ਮਸੰਦ ਜਿਹੜੇ ਸਨ ਬਾਬਾ ਰਾਮ ਰਾਏ ਜੀ ਨੇ ਆਪਣੇ ਅਧੀਨ ਕੀਤੇ ਸਨ, ਤੇ ਇਹਨਾਂ ਮਸੰਦਾਂ ਦੀ ਫਿਰ ਵਧੀ ਹੋਈ ਜਿਹੜਾ ਹੰਕਾਰ ਹੈ ਉਹਨਾਂ ਦੇ ਆਪਣੇ ਜੀਵਨ ਦੇ ਲਈ ਹੀ ਬਾਅਦ ਦੇ ਵਿੱਚ ਸੰਤਾਪ ਬਣ ਗਿਆ ਸੀ। ਇਸ ਕਰਕੇ ਆਪਣੇ ਮਸੰਦਾਂ ਵਿੱਚ ਬੈਠੇ ਹੋਏ ਦੁਖੀ ਹੋਏ ਆਖਦੇ ਹਨ, ਕਰਤ ਪ੍ਰਤੀਖਨ ਮੈਂ ਨਿਤ ਰਹਿਓ, ਬਿਨ ਅਧਿਕਾਰ ਅਨੁਜ ਪਦ ਲਹਿਓ। ਦੁਖੀ ਦੇ ਭਾਵ ਦੇ ਵਿੱਚ, ਨਿਰਾਸ਼ ਹੋਏ ਭਾਵ ਦੇ ਵਿੱਚ ਰਾਮ ਰਾਏ ਜੀ ਆਖਦੇ ਹਨ, ਕਰਤ ਪ੍ਰਤੀਖਨ ਮੈਂ ਨਿਤ ਰਹਿਓ। ਕਹਿੰਦੇ ਰੋਜ਼ਾਨਾ ਮੈਂ ਇਸ ਗੱਲ ਦੀ ਉਡੀਕ ਕਰਦਾ ਰਿਹਾ ਕਿ ਸਤਵੇਂ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਹਾਂ, ਉਹਨਾਂ ਦੀ ਆਗਿਆ ਵਿੱਚ ਰਹਿਣਾ ਹਾਂ ਤੇ ਗੁਰਤਾ ਦਾ ਪਦ ਮੈਨੂੰ ਦੇਣਗੇ। ਪਰ ਮੇਰੇ ਦਿੱਲੀ ਆਉਣ ਤੋਂ ਬਾਅਦ ਗੁਰਤਾ ਅਨੁਜ ਭਾਵ ਕੇ ਛੋਟੇ ਭਰਾ ਨੂੰ ਸੌਂਪ ਗਏ ਹਨ। ਦਿੱਲੀ ਪਰ ਆਵਨ ਟਿਕ ਸਾਹੋ, ਨਹਿ ਕਿਨ ਕੀਨ ਸਤਵ ਉਤਸ਼ਾਹੋ। ਕਹਿਣ ਲੱਗੇ ਜਦ ਔਰੰਗੇ ਨੇ ਦਿੱਲੀ ਬੁਲਾਇਆ ਸੀ ਸਤਵੇਂ ਪਾਤਸ਼ਾਹ ਜੀ ਨੂੰ, ਉਸ ਸਮੇਂ ਔਰੰਗੇ ਨੂੰ ਮਿਲਣ ਦੇ ਲਈ ਕਿਸੇ ਦੇ ਮਨ ਅੰਦਰ ਕੋਈ ਉਦਮ ਉਤਸ਼ਾਹ ਨਹੀਂ ਸੀ। ਸਭ ਤੇ ਅਗਰ ਕੀਏ ਮੁਝ ਭੇਜਾ, ਨਾਮ ਸੁਨੇ ਜਿਸ ਧਰਕ ਕਰੇਜਾ। ਕਹਿਣ ਲੱਗੇ ਜਿੱਦੀ ਹੰਕਾਰੀ ਝਗੜਾਲੂ ਤੇ ਮਤਸਬੀ ਸੁਭਾਅ ਦੇ ਮਾਲਕ ਔਰੰਗਜ਼ੇਬ ਦੇ ਸਾਹਮਣੇ ਕੋਈ ਆਉਣ ਦਾ ਹੀਆ ਨਹੀਂ ਸੀ ਕਰਦਾ। ਸਭ ਤੋਂ ਅੱਗੇ ਕਰਕੇ ਮੈਨੂੰ ਭੇਜਿਆ ਉਹ ਝਗੜਾਲੂ ਤੇ ਮਤਸਬੀ ਬਾਦਸ਼ਾਹ ਜਿਹਦਾ ਨਾਮ ਸੁਣ ਕੇ ਛਾਤੀ ਤੇਜ਼ੀ ਨਾਲ ਧੜਕਣ ਲੱਗਦੀ ਹੈ। ਮੈਂ ਆਪਣੀ ਬੁੱਧ ਕੋ ਬਲ ਕਰਕੇ, ਅਜ਼ਮਤ ਅਨੇਕ ਪ੍ਰਕਾਰ ਦਿਖਰ ਕੇ। ਕਹਿਣ ਲੱਗਾ ਮੈਂ ਆਪਣੀ ਉੱਤਮ ਬੁੱਧ ਵਰਤ ਕੇ ਸਭ ਤਰ੍ਹਾਂ ਦੀ ਕਰਾਮਾਤ ਦਾ ਪ੍ਰਯੋਗ ਕਰਕੇ ਬਾਦਸ਼ਾਹ ਨੂੰ ਸਭ ਤਰ੍ਹਾਂ ਭਰਮਾ ਕੇ ਆਪਣੇ ਅਨੁਸਾਰ ਰੱਖਿਆ ਹੈ। ਕਹਿਬੇ ਸੁਨਬੇ ਕੀ ਚਤੁਰਾਈ, ਕਰੀ ਬਹੁਤ ਮਿਲ ਤੁਰਕ ਨਰਾਈ। ਕਹਿਣ ਲੱਗੇ ਇੱਥੇ ਜਿਹੜੇ ਔਰੰਗੇ ਦੀ ਸਭਾ ਦੇ ਵਿੱਚ ਚਲਾਕ ਕਾਜੀ ਮੌਲਾਣੇ ਰਹਿੰਦੇ ਸਨ, ਉਹਨਾਂ ਦੇ ਨਾਲ ਚਤੁਰਤਾ ਭਰੀ ਗੱਲਬਾਤ ਕਰਕੇ ਉਹਨਾਂ ਦੇ ਬਾਰ ਉਠਾਏ ਜਾਂਦੇ ਤਰਕ ਭਰੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਬੜੀ ਚਤੁਰਾਈ ਨਾਲ ਸਭ ਕੁਝ ਆਪਣੇ ਵੱਸ ਰੱਖਿਆ ਹੈ। ਜਹਬਾਦੀ ਸਮੁਦਾਏ ਸਦੀਵਾ, ਸਭਨ ਕੋ ਹੰਕਾਰ ਕਰ ਨੀਵਾ। ਕਹਿਣ ਲੱਗੇ ਜਿਹੜੇ ਔਰੰਗਜ਼ੇਬ ਦੀ ਸਭਾ ਦੇ ਵਿੱਚ ਬਾਦੀ ਭਾਵ ਕੇ ਹੰਕਾਰ ਝਗੜਾਲੂ ਕਰਨ ਵਾਲੇ ਕਾਜੀ ਮੌਲਾਣੇ ਰਹਿੰਦੇ ਸਨ, ਉਹਨਾਂ ਸਾਰਿਆਂ ਨੂੰ ਮੈਂ ਆਪਣੀ ਉੱਤਮ ਮਤ ਦੇ ਨਾਲ ਹੰਕਾਰ ਮਿਟਾ ਕੇ ਨੀਵੇਂ ਰੱਖਿਆ ਹੈ। ਰਸ ਰਾਖਿਓ ਬੜ ਨੋ ਰੰਗ ਸੰਗ, ਤਹ ਬੈਠਕ ਸ਼ੁਭ ਲਈ ਉਤੰਗ। ਲੱਗੇ ਜਿਹੜੀ ਔਰੰਗਜ਼ੇਬ ਦੀ ਕਿਸੇ ਨਾਲ ਨਹੀਂ ਬਣਦੀ, ਉਹ ਮੈਨੂੰ ਸ਼ਰਧਾਵਾਨ ਮੰਨ ਕੇ ਗੁਰਤਾ ਵਜੋਂ ਪੂਜਦਾ ਹੈ। ਉਹਦੇ ਨਾਲ ਚੰਗੀ ਤਰ੍ਹਾਂ ਬਣਾ ਕੇ ਇੱਕ ਰਸ ਸੰਬੰਧ ਬਣਾਏ ਹਨ। ਨਿਜ ਅਨੁਸਾਰ ਸ਼ਾਹ ਕਰ ਰਾਖਾ, ਨਹੀਂ ਦਿਓ ਬਿਗਰਨ ਹਿਤ ਕਾਂਖਾ। ਕਹਿਣ ਲੱਗੇ ਜਿਵੇਂ ਮੈਨੂੰ ਸ਼੍ਰੇਸ਼ਟ ਠੀਕ ਲੱਗਦਾ ਸੀ ਉਵੇਂ ਬਾਦਸ਼ਾਹ ਨੂੰ ਰੱਖਿਆ, ਕਿਸੇ ਤਰੀਕੇ ਨਾਲ ਨਾ ਆਪਣੇ ਨਾਲ ਨਾ ਹੀ ਉਹਨਾਂ ਦੀ ਗੁਰੂ ਕਰਨ ਦੇ ਨਾਲ ਵਿਗੜਨ ਦਿੱਤੀ ਹੈ। ਇਤ ਮੋਹ ਪਠਿਓ ਰਹਿਓ ਟਿਕ ਸਾਹੋ, ਪਿਤ ਜੁਤ ਭੇ ਨ ਚਿੰਤ ਸੁਖ ਮਾਹੋ। ਸਾਥੀ ਮਸੰਦਾਂ ਨੂੰ ਕਹਿਣ ਲੱਗੇ ਜੇ ਮੈਂ ਪਾਤਸ਼ਾਹ ਜੀ ਦੇ ਕਹਿਣ ਤੇ ਦਿੱਲੀ ਆਇਆ ਤੇ ਮੈਂ ਬਾਦਸ਼ਾਹ ਨੂੰ ਆਪਣੇ ਵੱਸ ਕਰਕੇ ਰੱਖਿਆ, ਇੱਧਰ ਮੈਂ ਬਾਦਸ਼ਾਹ ਨੂੰ ਵੱਸ ਕਰਕੇ ਰੱਖਿਆ ਤਾਂ ਕਰਕੇ ਹੀ ਪਿਤਾ ਜੀ ਦੇ ਛੋਟੇ ਭਰਾ ਤੇ ਹੋਰ ਸੰਗਤਾਂ ਕੀਰਤਪੁਰ ਆਰਾਮ ਨਾਲ ਵਸਦੀਆਂ ਸਨ। ਆਇਓ ਸਮਾ ਲੀਨ ਵਡਿਆਈ, ਮੇਰੋ ਤਿਆਗ ਕਰਿਓ ਰਿਸ ਪਾਈ। ਲੱਗੇ ਹੁਣ ਜਦ ਗੁਰਤਾ ਦੀ ਵਡਿਆਈ ਲੈਣ ਦਾ ਸਮਾਂ ਆਇਆ ਤੇ ਗੁਰੂ ਸਾਹਿਬ ਜੀ ਨੇ ਮੈਨੂੰ ਜੋਗ ਨਾ ਜਾਣਿਆ, ਛੋਟੇ ਭਰਾ ਨੂੰ ਬਿਨਾਂ ਵਿਚਾਰਿਆਂ ਗੁਰਤਾ ਦੇ ਦਿੱਤੀ ਹੈ। ਸ੍ਰੀ ਹਰਿ ਕ੍ਰਿਸ਼ਨ ਲਿਓ ਸਭ ਸਾਜ, ਹੋ ਤੋ ਪਿਤਾ ਟਿਕ ਜਿਤਕ ਸਮਾਜ। ਲਗੇ ਇਸ ਕਰਕੇ ਹੁਣ ਛੋਟੇ ਭਰਾ ਭਾਵ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਰੀ ਸਿੱਖ ਸੰਗਤ ਸਮਾਜ ਸੰਭਾਲਿਆ ਹੈ। ਪਿਤਾ ਜੀ ਦੇ ਸਾਰੇ ਸਿੱਖ ਹੁਣ ਉਹਨਾਂ ਦੇ ਚਰਨਾਂ ਦੇ ਸ਼ਰਧਾਲੂ ਹੋ ਗਏ ਹਨ। ਗੁਰਤਾ ਕੇ ਸੰਗ ਸਭ ਕਿਛ ਲੀਨਾ, ਸਰਬੋਤਮ ਪਦ ਪਾਵਨ ਕੀਨਾ। ਲਗੇ ਗੁਰਤਾ ਦੇ ਸੰਗ ਸਭ ਮਾਣ ਤਾਣ ਦੇ ਅਧਿਕਾਰੀ ਹੋ ਗਏ ਹਨ, ਸਾਰਿਆਂ ਦੇ ਵਿੱਚ ਉਹਨਾਂ ਦਾ ਸਰਵੋਤਮ ਪਦ ਹੋ ਗਿਆ ਹੈ।
ਸਭ ਉਹਨਾਂ ਦੇ ਚਰਨਾਂ ਉੱਪਰ ਨਮਨ ਕਰਦੇ ਹਨ। ਅਬ ਤੋ ਅਪਰ ਉਪਾਏ ਨਾ ਬਨੇ, ਏਕ ਜਤਨ ਆਵਤ ਮੁਝ ਮਨੇ। ਕਹਿਣ ਲੱਗਾ ਮੈਨੂੰ ਤਾਂ ਹੁਣ ਇਉਂ ਲੱਗਦਾ ਕਿ ਕੋਈ ਹੋਰ ਯਤਨ ਉਪਾਅ ਮੇਰੇ ਪਾਸੋਂ ਕੋਈ ਬਣ ਨਹੀਂ ਸਕਦਾ, ਕੇਵਲ ਇੱਕੋ ਯਤਨ ਮੇਰੇ ਮਨ ਅੰਦਰ ਆਉਂਦਾ ਹੈ। ਉਸ ਯਤਨ ਕਰਨ ਦੇ ਨਾਲ ਹੀ ਇਹ ਸਾਰਾ ਕੁਝ ਮੁੜ ਪ੍ਰਾਪਤ ਕਰ ਸਕਾਂਗਾ। ਸੋ ਮੈਂ ਕਰਿਆ ਟਰੋ ਨਾ ਕੈਸੇ, ਸੁਨ ਤੁਮ ਪਨੋ ਆਏ ਚਿਤ ਜੈਸੇ। ਉਹ ਕਿਹੜਾ ਕਰਮ ਹੈ ਜਿਹਨੂੰ ਕਰਨਾ ਮੈਂ ਚਾਹੁੰਨਾ, ਜੋ ਮੇਰੇ ਚਿੱਤ ਅੰਦਰ ਹੈ। ਆਪਣੇ ਮਸੰਦਾਂ ਨੂੰ ਕਹਿਣ ਲੱਗਾ ਉਹ ਸਾਰਾ ਮੈਂ ਤੁਹਾਨੂੰ ਆਪਣੇ ਚਿੱਤ ਦੀ ਮਨਸ਼ਾ ਜ਼ਾਹਰ ਕਰਦਾ ਹਾਂ। ਉਹਨੂੰ ਸੁਣ ਕੇ ਜਿਵੇਂ ਤੁਹਾਡੇ ਮਨ ਅੰਦਰ ਆਵੇ ਉਸੇ ਤਰ੍ਹਾਂ ਹੀ ਮੇਰੇ ਸਾਹਮਣੇ ਆਪਣਾ ਭਾਵ ਜ਼ਾਹਰ ਕਰੋ। ਨੌ ਰੰਗ ਕੋ ਸਮਝਾਵਨ ਕਰਕੇ, ਅਨਿਕ ਭੇਦ ਕੇ ਬਾਕ ਉਚਰ ਕੇ। ਲਗਾਓ ਰੰਗੇ ਨੂੰ ਮੈਂ ਚੰਗੀ ਤਰ੍ਹਾਂ ਸਮਝਾਵਾਂਗਾ, ਇਸ ਤਰ੍ਹਾਂ ਦੀ ਉਹਨੂੰ ਪੱਟੀ ਪੜਾਵਾਂਗਾ ਕਿ ਉਹ ਮੇਰੀ ਗੱਲ ਮੰਨ ਕੇ ਬਾਦਸ਼ਾਹ ਦੇ ਵਿੱਚ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਿੱਚ ਕੋਈ ਚੰਗਾ ਵੱਡਾ ਮਤ ਭੇਦ ਪੈਦਾ ਕਰ ਦਵਾਂਗਾ। ਉਹਨੂੰ ਆਪਣੇ ਵਾਕਾਂ ਨਾਲ ਭਰਮਾ ਕੇ ਆਪਣੀ ਗੱਲ ਮਨਵਾਵਾਂਗਾ। ਕਰ ਆਪਣੇ ਤੇ ਅਧਿਕ ਬੜਾਈ, ਤਿਸ ਟਿਕ ਕਰਾਮਾਤ ਅਧਿਕਾਈ। ਲਗਾਓ ਰੰਗੇ ਕੋਲ ਬਹਿ ਕੇ 8ਵੇਂ ਪਾਤਸ਼ਾਹ ਜੀ ਦੀ ਬਹੁਤ ਵੱਡੀ ਵਡਿਆਈ ਕਰਾਂਗਾ ਤੇ ਕਹਾਂਗਾ ਕਿ ਉਹ ਮੇਰੇ ਤੋਂ ਵੀ ਜ਼ਿਆਦਾ ਵੱਡੇ ਕਰਾਮਾਤ ਦੇ ਮਾਲਕ ਹਨ। ਕਰਹੁ ਹਕਾਰਨ ਲੇਹੁ ਨਿਹਾਰੀ, ਬਹੁ ਪ੍ਰਕਾਰ ਸੋ ਦੇਹ ਦਿਖਾਰੀ। ਬਾਦਸ਼ਾਹ ਨੂੰ ਕਹਾਂਗਾ ਕਿ ਉਹਨਾਂ ਨੂੰ ਦਿੱਲੀ ਬੁਲਾ ਲੈਣ। ਉਹ ਗੁਰਤਾ ਦੇ ਸਿੰਘਾਸਣ ਤੇ ਹਨ, ਉਹਨਾਂ ਦੇ ਕੋਲੋਂ ਬਹੁਤ ਵੱਡੀ ਗੁਰਤਾ ਦੀ ਵਡਿਆਈ ਹੈ। ਕਿਤਕ ਕਾਜ ਆਪਣੇ ਸੁਧਰਾਵੋ, ਅਜ਼ਮਤ ਤੇ ਕੁਸ ਕਰ ਤੁਮ ਪਾਵੋ। ਬਾਦਸ਼ਾਹ ਔਰੰਗਜ਼ੇਬ ਨੂੰ ਕਹਾਂਗਾ ਕਿ ਆਪਣੇ ਬਹੁਤ ਸਾਰੇ ਕਾਜ ਉਹਨਾਂ ਦੇ ਕੋਲੋਂ ਸਵਾਰ ਲਵੇ। ਇਸੇ ਤਰ੍ਹਾਂ ਜਿਹੜਾ ਉਹਨਾਂ ਦੀ ਬਹੁਤ ਵੱਡੀ ਅਜ਼ਮਤ ਵੀ ਹੈ, ਜਿਹਨੂੰ ਸਭ ਸੰਗਤਾਂ ਸਲਾਉਂਦੀਆਂ ਮੰਨਦੀਆਂ ਹਨ, ਉਹ ਵੀ ਉਹਨਾਂ ਕੋਲੋਂ ਦੇਖ ਲਵੇ। ਬਸੈ ਤੁਮਾਰੇ ਦੇਸ਼ਨ ਮਾਹੀ, ਪਠੋ ਬੁਲਾਵਨ ਆਵੇ ਪਾਹੀ। ਇਹ ਵੀ ਪ੍ਰਬੋਧ ਕਰਕੇ ਕਹਾਂਗਾ ਕਿ ਤੁਹਾਡੇ ਦੇਸ਼ ਵਿੱਚ ਹੀ 8ਵੇਂ ਪਾਤਸ਼ਾਹ ਜੀ ਵਸਦੇ ਹਨ, ਉਹਨਾਂ ਨੂੰ ਆਪਣੇ ਪਾਸ ਬੁਲਾ ਕੇ ਇਹਨਾਂ ਦੇ ਦਰਸ਼ਨ ਕਰੋ। ਕਿਉਂਕਿ ਰਾਮ ਰਾਏ ਜੀ ਇਸ ਗੱਲ ਤੋਂ ਜਾਣੂ ਸਨ ਕਿ 7ਵੇਂ ਪਾਤਸ਼ਾਹ ਨੇ ਵੀ ਇੱਕ ਸੰਕਲਪ ਕੀਤਾ ਸੀ ਕਿ ਜਿਹੜਾ ਇਹ ਮਲੇਸ਼ ਹੈ ਇਸ ਨੂੰ ਦਰਸ਼ਨ ਨਹੀਂ ਦੇਣੇ। ਤੇ ਅੱਗੇ ਇਹੀ ਬਚਨ ਉਹ 8ਵੇਂ ਪਾਤਸ਼ਾਹ ਜੀ ਨੂੰ ਦੇ ਕੇ ਗਏ ਸਨ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਇਸ ਕਰਕੇ ਫਿਰ ਰਾਮ ਰਾਏ ਜੀ ਨੇ ਸੋਚਿਆ ਕਿ ਇੰਜ ਕਰਨ ਦੇ ਨਾਲ 8ਵੇਂ ਪਾਤਸ਼ਾਹ ਜੀ ਹੋ ਸਕਦਾ ਦੁਬਿਧਾ ਵਿੱਚ ਆ ਜਾਣ। ਜੇ ਤਾਂ ਬਾਦਸ਼ਾਹ ਦੀ ਗੱਲ ਮੰਨ ਲੈਣਗੇ ਤੇ ਗੁਰੂ ਸਾਹਿਬ ਜੀ ਦੇ ਬਚਨ ਤੋਂ ਫਿਰਨਾ ਪਵੇਗਾ, ਜੇ ਨਹੀਂ ਮੰਨਣਗੇ ਤਾਂ ਬਾਦਸ਼ਾਹ ਝਗੜਾਲੂ ਹੋ ਜਾਵੇਗਾ। ਇਤਿਆਦਿਕ ਕਹਿ ਸ਼ਾਹ ਸਿਖਾਏ, ਪਠੈ ਦੂਤ ਤੇ ਲਿਓ ਬੁਲਵਾਏ। ਇੰਜ ਕਰਕੇ ਬਾਦਸ਼ਾਹ ਨੂੰ ਸਿਖਾਵਾਂਗਾ ਕਿ ਉਹ ਦੂਤ ਭੇਜ ਕੇ 8ਵੇਂ ਪਾਤਸ਼ਾਹ ਨੂੰ ਦਿੱਲੀ ਬੁਲਵਾ ਲਵੇ। ਜਾਬੇ ਸਥਲ ਮੋ ਆਵਨ ਕਰ ਹੈ, ਤਬੈ ਸ਼ਾਹ ਕੋ ਬਹੁਤ ਸਿਖਰ ਹੈ। ਇਸ ਕਰਕੇ ਜਦੋਂ ਚੱਲ ਕੇ ਦਿੱਲੀ ਆ ਜਾਣਗੇ ਤੇ ਫਿਰ ਉਸ ਸਮੇਂ ਮੈਂ ਉਹਨਾਂ ਨੂੰ ਸਭ ਤਰ੍ਹਾਂ ਸਿਖਾ ਕੇ ਜਿਵੇਂ 8ਵੇਂ ਪਾਤਸ਼ਾਹ ਨਾਲ ਵਿਵਹਾਰ ਕਰਨਾ ਇਹ ਸਾਰਾ ਕੁਝ ਇੰਜ ਸਿਖਾ ਦੇਵਾਂਗਾ। ਇੰਜ ਬਾਬਾ ਰਾਮ ਰਾਏ ਜੀ ਫਿਰ ਆਪਣੇ ਸਾਥੀ ਮਸੰਦਾਂ ਨਾਲ ਸਲਾਹ ਕਰਕੇ ਕਿ ਹੁਣ ਮੈਂ ਔਰੰਗਜ਼ੇਬ ਨੂੰ ਇਸ ਤਰ੍ਹਾਂ ਦੀ ਪੱਟੀ ਪੜਾਵਾਂਗਾ ਕਿ 8ਵੇਂ ਪਾਤਸ਼ਾਹ ਦੇ ਨਾਲ ਉਹਨਾਂ ਦਾ ਜਾਂ ਤਾਂ ਮਤਭੇਦ ਪੈਦਾ ਹੋ ਜਾਵੇ ਜਾਂ ਉਹਨਾਂ ਦਾ ਕੋਈ ਅੰਤਰ ਪੈਦਾ ਹੋ ਜਾਵੇ। ਇਸ ਤਰ੍ਹਾਂ ਦਾ ਫਿਰ ਹੀਆ ਕਰਦੇ ਹਨ। ਉਹਨਾਂ ਦੀ ਐਸੀ ਮਨਸ਼ਾ ਜਾਣ ਕੇ ਸਾਥੀ ਮਸੰਦ ਕੀ ਸਲਾਹ ਦਿੰਦੇ ਹਨ, ਕਿਵੇਂ ਦੇ ਸੁਝਾਅ ਦਿੰਦੇ ਹਨ, ਬਾਕੀ ਸਾਰੇ ਪ੍ਰਸੰਗ ਦਾ ਲੜੀਵਾਰ ਵਰਣਨ ਆਪ ਜੀ ਗੁਰੂ ਕਿਰਪਾ ਸਦਕਾ ਗੁਰੂ ਸਾਹਿਬਾਨ ਜੀ ਦੇ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਦੇ ਅੰਤਰਗਤ ਇਸੇ ਪ੍ਰਕਾਰ ਸ਼ਰਵਣ ਕਰੋਗੇ ਜੀ। 8ਵੇਂ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਦਾ ਵਰਣਨ ਆਪ ਜੀ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਦੇ ਚਰਨਾਂ ਵਿਖੇ ਬੜੇ ਅਦਬ ਸਹਿਤ ਬੇਨਤੀ ਹੈ ਜੀ। ਖਾਲਸੇ ਦੀ ਸਾਜਨਾ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜੋ ਰੋਜ਼ਾਨਾ ਹਾਜ਼ਰੀ ਭਰ ਕੇ ਸ਼ਬਦ ਕੀਰਤਨ ਕਥਾ ਦੇ ਪ੍ਰਵਾਹ ਨਾਲ ਜੁੜ ਕੇ ਮਨੁੱਖਾ ਜੀਵਨ ਦੀ ਕਲਿਆਣ ਕਰਦੇ ਹੋ, ਸਮੇਂ ਦੀ ਤਬਦੀਲੀ ਦੇ ਅਨੁਸਾਰ ਕੱਲ ਤੋਂ ਸ਼ਾਮ ਵੇਲੇ ਦੀ ਕਥਾ ਦਾ ਲੜੀਵਾਰ ਗੁਰ ਇਤਿਹਾਸ ਕਥਾ ਦਾ ਸਮਾਂ ਤਬਦੀਲ ਹੈ ਜੀ। 4:45 ਤੋਂ ਆਰੰਭ
4:45 ਤੋਂ ਆਰੰਭ ਹੋ ਕੇ 3:45 ਮਿੰਟ ਤੋਂ ਆਰੰਭ ਹੋ ਕੇ 4:45 ਮਿੰਟ ਤੱਕ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸਾਹਿਬ ਜੀ ਦੀ ਕਥਾ ਹੋਇਆ ਕਰੇਗੀ। ਸ਼ਰਧਾ ਭਾਵਨਾ ਸਹਿਤ ਗੁਰ ਜੀਵਨ ਦੀ ਕਥਾ ਸੁਣਨ ਵਾਲੀਆਂ ਸੰਗਤਾਂ ਇਸੇ ਤਰ੍ਹਾਂ ਹੀ ਭਾਵਨਾ ਨਾਲ ਜੁੜ ਕੇ ਗੁਰੂ ਸਾਹਿਬਾਨਾਂ ਦੇ ਜੀਵਨ ਦੀ ਕਥਾ ਸ਼ਰਵਣ ਕਰਕੇ ਆਪਣਾ ਜਨਮ ਸਫਲਾ ਕਰਦੇ ਰਹੋ ਜੀ। ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ, ਕੋਟਾਨ ਕੋਟ ਧੰਨਵਾਦ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਹਿਬੇ ਕਮਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਜੀ ਦਾ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੜੇ ਅਦਬ ਸਹਿਤ ਨਮਨ ਕਰਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।